ਜੇ ਕਿਸਾਨਾਂ ਦੀ ਉਹ ਮੰਗ ਮੰਨ ਲਈ ਜਾਵੇ ਕਿ ਤਿੰਨੇ ਕਾਨੂੰਨ ਰੱਦ ਨੇ ਜੀ, ਚਲੋ ਤੁਹਾਡੇ ਪੱਖ 'ਚ ਅਸੀਂ ਕੁਝ ਹੋਰ ਗੱਲਾਂ ਲਿਆਉਂਦੇ ਹਾਂ, ਫਿਰ ਤਾਂ ਕਿਸਾਨ ਮੰਨ ਜਾਣਗੇ ਸਹਿਜੇ। ਫਿਰ ਤਾਂ ਤੁਹਾਨੂੰ ਮਤਲਬ ਕਿ ਫੁੱਲਾਂ ਦੀ ਵਰਖਾ ਕਰ ਦੇਣਗੇ ਤੁਹਾਡੇ। ਕੱਲ੍ਹ ਨੂੰ ਕਹਿਣਗੇ ਜੀ ਪ੍ਰਧਾਨ ਮੰਤਰੀ ਬਦਲ ਦਿਓ, ਅਸੀਂ ਫੁੱਲਾਂ ਦੀ ਵਰਖਾ ਕਰ ਦਾਂਗੇ। ਇਹ ਮੰਨੀ ਜਾ ਸਕਦੀ ਗੱਲ? ਨਹੀਂ ਜਦੋਂ ਅਮੈਂਡਮੈਂਟ ਲਈ ਮੰਨ ਗਏ, ਉਹ ਰੱਦ ਕਰਨ ਲਈ ਵੀ ਮੰਨ ਜਾਂਦੇ। ਮੈਂ ਨਹੀਂ ਮੰਨਦਾ ਕਿ ਕਾਨੂੰਨ ਰੱਦ ਹੋਣ, ਮੈਂ ਨਹੀਂ ਮੰਨਦਾ ਕਿ ਕਾਨੂੰਨਾਂ 'ਚ ਨੁਕਸਾ। ਮੈਂ ਕਹਿੰਦਾ ਅਗਰ ਨੁਕਸਾ ਕੇ ਦੱਸਣ ਕਿ ਜਦੋਂ 90% ਜਿਹੜੇ ਕਾਨੂੰਨ ਨੇ ਉਹਨਾਂ ਨੂੰ ਆਪਾਂ ਰੱਦ ਕਰਕੇ ਮੰਨ ਕੇ ਚੱਲ ਰਹੇ ਕਿ ਰੱਦ ਨੇ, ਉਹਨਾਂ 'ਚ ਕੁਛ ਹੈ ਨਹੀਂ, ਤਬਦੀਲੀਆਂ ਦੀ ਲੋੜ ਆ। ਫਿਰ ਕਹਿੰਦੇ 10% ਪਿੱਛੇ ਕਿਉਂ ਸਟੈਂਡ ਲੈ ਰਹੀ ਹੈ ਕੇਂਦਰ ਸਰਕਾਰ? ਔਰ ਉਹਨਾਂ ਮਤਭੇਦ ਉਹ ਕਹਿੰਦੇ ਲਿਆਓ ਅਸੀਂ ਤੁਹਾਡੀ ਗੱਲ ਸੁਣਨ ਤਿਆਰ ਹਾਂ। ਉਹਨਾਂ ਇਹ ਤਾਂ ਨਹੀਂ ਕਿ ਵੀ ਅਸੀਂ ਸੁਣਨੀ ਨਹੀਂ। ਹੁਣ ਸਿਰਫ ਇਹ ਕਹੀਏ ਵੀ ਜੀ ਚਰਚਾ ਹੀ ਤਾਂ ਹੋਣੀ ਹੈ, ਪਹਿਲੇ ਉਹਨਾਂ ਨੂੰ ਵਾਪਸ ਲਓ, ਉਹਦਾ ਨਾਲ ਥੋੜ੍ਹੀ ਲੜਾਈਆਂ ਹੁੰਦੀਆਂ। ਕਹਿੰਦੇ ਜਿਹੜੀ ਬੀਜੇਪੀ ਦੀ ਸਰਕਾਰ ਆ ਕੇਂਦਰ ਦੀ, ਉਹ ਮਤਲਬ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗ ਚੁੱਕੀ ਹੈ। ਉਹਦੇ ਨਾਲ ਕਹਿੰਦੇ ਪੰਜਾਬ ਨੂੰ, ਕਿਸਾਨੀ ਨੂੰ ਵੱਡਾ ਨੁਕਸਾਨ ਹੋਏਗਾ। ਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਦੀ ਸਰਕਾਰ ਕਿਸੇ ਕਾਰਪੋਰੇਟ ਹਾਊਸ ਦੇ ਨੀਚੇ ਹੈ, ਨਾ ਪਹਿਲੇ ਸੀ ਨਾ ਹੁਣ ਨਾ ਅੱਗੇ ਨੂੰ। ਉਹ ਤਾਂ ਜਨਤਾ ਦੇ ਨਾਲ ਆਤਮ ਨਿਰਭਰਤਾ ਦਾ ਨਾਰਾ ਲਗਾ ਰਿਹਾ ਮੋਦੀ। ਪ੍ਰਾਈਵੇਟ ਜਿਹੜੇ ਵਪਾਰੀ ਵੱਧ ਰੇਟ ਤੇ ਪਹਿਲੀ ਮੰਡੀਆਂ 'ਚ ਖਰੀਦ ਲੈਂਦੇ ਸੀ, ਇਹ ਵਿਵਸਥਾ ਹੈਗੀ ਸੀ। ਇਹ ਨਹੀਂ ਸੀ ਕਿ ਪ੍ਰਾਈਵੇਟਾਂ ਤੇ ਖਰੀਦਣ ਤੇ ਰੋਕ ਹੈ। ਫਿਰ ਇਹ ਨਵੇਂ ਕਾਨੂੰਨ ਲਿਆਉਣ ਦੀ ਕੀ ਲੋੜ ਪੈ ਗਈ? ਐਸਾ ਨਹੀਂ ਤਾਂ ਪ੍ਰਾਈਵੇਟ ਜਿਹੜੇ ਖਰੀਦਦੇ ਥੇ ਨਾ, ਉਹ ਇਹ ਵਿਵਸਥਾ ਨਹੀਂ ਸੀ ਵੀ ਉਹਨਾਂ ਨੂੰ ਟੈਕਸ ਉਹਨਾਂ ਨੂੰ ਵੀ ਦੇਣੇ ਪੈਂਦੇ ਤੇ। ਉਹ ਪ੍ਰਾਈਵੇਟ ਕਿਵੇਂ ਖਰੀਦਦੇ ਤੇ ਖੜੀ ਫਸਲ ਦਾ ਮੁੱਲ ਪਾਉਂਦੇ ਤੇ। ਪਰ ਇਹਦੇ ਨਾਲ ਇੱਕ ਪੰਜਾਬ ਦਾ ਵੱਡਾ ਨੁਕਸਾਨ ਹੋਏਗਾ। ਜਿਹੜੀ ਪੇਂਡੂ ਵਿਕਾਸ ਦੀ ਜਿਹੜੀ ਫੀਸ ਹੈ 5500 ਕਰੋੜ ਸਾਲਾਨਾ ਦਾ, ਉਹ ਫਿਰ ਪੰਜਾਬ ਨੂੰ ਤੇ ਵੱਡੀ ਸੱਟ ਵੱਜੇਗੀ। ਇਸ ਤਰ੍ਹਾਂ ਤਾਂ ਜੇ ਆਪਾਂ ਡਿਟੇਲ 'ਚ ਜਾਈਏ ਤੇ ਫਾਇਦੇ ਨੁਕਸਾਨ ਬਹੁਤ ਸਾਰੇ। ਲੋਕ ਕਹਿੰਦੇ ਆ ਜੇ ਸਰਕਾਰ ਜਨਤਾ ਵਾਸਤੇ ਬਣਦੀ ਆ, ਕਿਸਾਨਾਂ ਵਾਸਤੇ ਬਣਦੀ ਆ, ਫਿਰ ਕਿਸਾਨ ਨਹੀਂ ਚਾਹੁੰਦੇ ਵੀ ਕਾਨੂੰਨ ਲਿਆਂਦੇ ਜਾਣ। ਫਿਰ ਕਿਉਂ ਮਤਲਬ ਕਾਨੂੰਨ ਲਿਆਂਦੇ? ਤੁਸੀਂ ਆਓ ਟੇਬਲ ਤੇ ਬੈਠੋ, ਪ੍ਰਧਾਨ ਮੰਤਰੀ ਤਾਂ ਕਹਿੰਦਾ ਆਓ ਤੁਸੀਂ। ਔਰ ਇਸ ਤੋਂ ਵਧੀਆ ਪ੍ਰਧਾਨ ਮੰਤਰੀ ਜਿਹੜਾ ਈਜ਼ੀਲੀ ਅਪਰੋਚੇਬਲ, ਜਿਹੜਾ ਈਜ਼ੀਲੀ ਮਿਲਣ ਨੂੰ ਤਿਆਰ ਹੈ, ਆਰਾਮ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਨਹੀਂ ਮਿਲ ਸਕਦਾ। ਸਰਕਾਰ ਤਿਆਰ ਹੈ, ਮੈਂ ਜਾਣ ਨੂੰ ਤਿਆਰ ਹਾਂ। ਉਹੀ ਹੋ ਗਈ ਨਾ, ਕਿਸਾਨ ਕਹਿੰਦੇ ਤਿੰਨੇ ਕਾਨੂੰਨ ਰੱਦ ਕਰ ਦਿਓ, ਅਸੀਂ ਗੱਲ ਕਰ ਲਾਂਗੇ। ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਰੱਦ ਕਰ ਦਿਓ, ਇਹ ਤਾਂ ਬਰਾਬਰੀ ਹੋ ਗਿਆ ਨਾ। ਮੈਂ ਨਾ ਬਰਾਬਰ ਨਹੀਂ ਹੈ, ਇਹ ਤਾਂ ਮੈਂ ਨਾ ਮੰਨਣ ਵਾਲੀ ਗੱਲ ਹੈ। ਚੱਲਦੇ ਹਾਂ ਵੀ ਗੱਲਬਾਤ ਦੌਰਾਨ ਜੇ ਗੱਲਬਾਤ ਦੋਨੇ ਤਰ੍ਹਾਂ 'ਚ ਸਹਿਮਤੀ ਹੋ ਗਈ ਕਿ ਕਾਨੂੰਨ ਗੱਲਬਾਤ ਦੌਰਾਨ ਰੱਦ ਵੀ ਹੋ ਸਕਦਾ। ਰੱਦ ਕਰਨ ਦੀ ਗੱਲ ਤਾਂ ਆਪਾਂ ਕਿਉਂ, ਇਹ ਰੱਦ ਦੇ ਉੱਤੇ ਕਿਉਂ ਅੜਦੇ ਆ? ਤੁਹਾਡੇ ਜਿਹੜੇ ਪੰਜਾਬ ਨਾਲ ਸੰਬੰਧਿਤ ਬੀਜੇਪੀ ਦੇ ਕੁਝ ਮੰਤਰੀ ਨੇ, ਉਹ ਕਈ ਵਾਰ ਕਿਸਾਨ ਆਗੂ ਨੂੰ ਮਾਓਵਾਦੀ ਕਹਿ ਦਿੰਦੇ ਆ, ਵੱਖਵਾਦੀ ਕਹਿ ਦਿੰਦੇ ਆ, ਜਾਂ ਕਹਿ ਦਿੰਦੇ ਆ ਕਿ ਹਰੀਆਂ ਪੱਗਾਂ ਬੰਨ੍ਹ ਕੇ ਖਾਲਿਸਤਾਨੀ ਆ। ਇਹ ਜਿਹੜੇ ਬਿਆਨਬਾਜ਼ੀ ਇਹ ਵੀ ਖਰਾਬ ਕਰਦੇ ਆ। ਇਸ ਤਰ੍ਹਾਂ ਹੈ ਕਿ ਜਿਹੜਾ ਇਹਨਾਂ ਨੂੰ ਫਾਈਨਾਂਸ ਕੌਣ ਕਰ ਰਿਹਾ ਹੈ? ਦੇਖੋ ਵਿਦੇਸ਼ ਤੋਂ ਪੈਸਾ ਆ ਰਿਹਾ। ਇਹ ਜਿਹੜੇ ਬਾਰਡਰ ਤੇ ਲੋਕ ਬੈਠੇ ਉੱਤੇ ਜਿਹੜਾ ਮਾਲ ਖੁੱਲੇ ਵਿੱਚ, ਕਿਹਦੇ ਪੈਸੇ ਨਾਲ ਖੁੱਲੇ ਵਿੱਚ? ਤੁਹਾਡਾ ਪੈਸਾ ਤਾਂ ਮੇਰਾ ਪੈਸਾ। ਕਿਸਾਨੀ ਅੰਦੋਲਨ ਦਾ ਪੰਜਾਬ ਅਤੇ ਪੰਜਾਬ ਦੀ ਸਿਆਸਤ ਉੱਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸਰ ਹੋਰ ਵੀ ਗੂੜਾ ਹੋਏਗਾ। ਸਾਰੇ ਕਾਸਤੇ ਗੱਲ ਕਰਾਂਗੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨਾਲ, ਜੋ ਸਾਬਕਾ ਮੰਤਰੀ ਵੀ ਨੇ ਤੇ ਪੰਜਾਬ ਦੀ ਇਕਾਈ ਦੇ ਕੋਰ ਕਮੇਟੀ ਦੀ ਮੈਂਬਰ ਵੀ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਮਿੱਤਲ ਸਾਹਿਬ, ਕੀ ਲੱਗਦਾ ਹੈ ਕਿ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਖਤਮ ਹੋ ਗਿਆ, ਉਹ ਸ਼ੁਰੂ ਹੋਣਾ ਚਾਹੀਦਾ? ਕਿਉਂਕਿ ਪੰਜਾਬ ਦੇ ਵਿੱਚ ਇਹ ਵੱਡੀ ਦਿੱਕਤ ਆ ਰਹੀ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ। ਪੰਜਾਬ ਦੀ ਸਿਆਸਤ ਵੀ ਪ੍ਰਭਾਵਿਤ ਹੋ ਰਹੀ ਆ। ਬੀਜੇਪੀ ਇੱਥੋਂ ਤੱਕ ਕਿ ਪੰਜਾਬ ਦੀ ਬੀਜੇਪੀ ਇਕਾਈ ਨੂੰ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਦੇਖੋ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਕਿਸਾਨੀ ਮੁੱਦੇ 'ਤੇ ਗਲੋਬਲ ਚੈਨਲ 'ਤੇ ਬੁਲਾ ਕੇ ਗੱਲ ਕਰਨ ਦਾ ਮੌਕਾ ਦਿੱਤਾ। ਜਿੱਥੇ ਤੱਕ ਕਿਸਾਨ ਦਾ ਤਾਲੁਕ ਹੈ, ਦੇਖੋ ਕਿਸਾਨ ਜਿਹੜਾ, ਵੈਸੇ ਤਾਂ ਸਾਰਾ ਦੇਸ਼ ਹੀ ਕਿਸਾਨ ਪ੍ਰਧਾਨ ਦੇਸ਼ ਹੈ, ਪੰਜਾਬ ਖਾਸ ਤੌਰ ਦੇ ਉੱਤੇ ਕਿਸਾਨ ਪ੍ਰਧਾਨ ਪ੍ਰਦੇਸ਼ ਹੈ। ਔਰ ਇੱਥੇ ਦੀ ਸਾਰੀ ਜੋ ਬਣਤਰ ਹੈ, ਜੋ ਸਾਰੀ ਇਕੋਨਮੀ ਹੈ, ਜੋ ਸਾਰੇ ਲੋਕਾਂ ਦਾ ਰਹਿਣ ਸਹਿਣ ਹੈ, ਉਹ ਖੇਤੀ 'ਤੇ ਨਿਰਭਰ ਹੈ। ਜਾਂ ਲੋਕ ਆਪ ਜ਼ਮੀਨ ਵਾਹੀ ਕਰਦੇ ਹੈ, ਜਾਂ ਠੇਕੇ 'ਤੇ ਵਾਹੀ ਕਰਾਉਂਦੇ ਹੈ, ਜਾਂ ਕਰਮਚਾਰੀ ਰੱਖ ਕੇ ਕਰਾਉਂਦੇ ਹੈ। ਬਟ ਮੇਨ ਜਿਹੜਾ ਆਮਦਨੀ ਦਾ ਜ਼ਰੀਆ ਉਹ ਖੇਤੀਬਾੜੀ ਹੈ। ਔਰ ਹਰ ਆਦਮੀ ਪ੍ਰਭਾਵਿਤ ਹੈ ਇਹਦੇ ਨਾਲ, ਚਾਹੇ ਵਪਾਰੀ ਹੈ, ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਦਲਿਤ ਹੈ, ਚਾਹੇ OBC ਹੈ, ਕੋਈ ਵੀ ਹੈ। ਸੋ ਭਾਰਤੀ ਜਨਤਾ ਪਾਰਟੀ ਕੇਂਦਰ ਵੀ ਤੇ ਪੰਜਾਬ ਯੂਨਿਟ ਵੀ ਚਾਹੁੰਦਾ ਵੀ ਇਹਦਾ ਮਸਲਾ ਜਲਦੀ ਹੱਲ ਹੋਵੇ।
ਔਰ ਕੇਂਦਰ ਦੇ ਨੇਤਰਤਵ ਨੇ ਇਸੇ ਕਰਕੇ ਸਾਡੀਆਂ ਮੀਟਿੰਗਾਂ ਵੀ ਹੋਈਆਂ ਸੀ, ਸਾਡੀ ਵੀ ਰਾਏ ਲਿੱਤੀ ਗਈ ਸੀ। ਉਹਦੇ ਵਿੱਚ ਉਹਨਾਂ ਨੇ ਇਸੇ ਕਰਕੇ ਫੈਸਲਾ ਕਰਨ ਵਾਸਤੇ ਇਹਨਾਂ ਨਾਲ ਜੋ ਗੱਲਬਾਤ ਕੀਤੀ, ਜੋ ਇਹਨਾਂ ਨੇ ਸੁਜੈਸ਼ਨ ਦਿੱਤੀਆਂ, ਬਹੁਤ ਸਾਰੀਆਂ ਸੁਜੈਸ਼ਨ ਮੰਨ ਕੇ ਉਹਨਾਂ ਨੇ ਕਿਹਾ ਵੀ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ। ਹੁਣ ਇਹਦੀ ਤਿੰਨ ਗੱਲਾਂ ਤੇ ਅੜਾਈ ਹੈ ਸਾਰੀ। ਸੋ ਅਸੀਂ ਕਹਿੰਦੇ ਵੀ ਜਿਹੜੀਆਂ ਤਿੰਨ ਗੱਲਾਂ ਤੇ ਅੜਾਈ ਹੈ ਵੀ ਉਹ ਕਿਸਾਨ ਅੜਾਈ ਛੱਡ ਕੇ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਇਹਨਾਂ ਨੂੰ ਲਾਗੂ ਨਹੀਂ ਕਰਦੇ, ਤਿੰਨੇ ਗੱਲਾਂ ਅਸੀਂ ਲਾਗੂ ਨਹੀਂ ਕਰਦੇ, 1.5 ਸਾਲ ਵਾਸਤੇ ਲਾਗੂ ਨਹੀਂ ਕਰਦੇ। ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਨਹੀਂ ਲਾਗੂ ਕਰਦੇ। ਉਹਨਾਂ ਨੇ ਵੀ ਕਮੇਟੀ ਬਣਾਈ, ਉਹਨਾਂ ਰਿਪੋਰਟ ਵੀ ਦਿੱਤੀ, ਉਹ ਰਿਪੋਰਟ ਕਿਆ ਆਏਗੀ ਉਹ ਤਾਂ ਸੁਪਰੀਮ ਕੋਰਟ ਹੀ ਦੱਸੇਗੀ। ਲੇਕਿਨ ਕੇਂਦਰ ਸਰਕਾਰ ਨੇ ਵੀ ਕਿਹਾ ਵੀ ਤੁਸੀਂ ਜਦੋਂ ਮਰਜ਼ੀ ਆ ਜਾਓ, ਅਸੀਂ ਟੈਲੀਫੋਨ ਦੇ ਲਾਗੇ ਬੈਠੇ ਤੁਹਾਡੀ ਪ੍ਰਾਇਰਟੀ 'ਤੇ ਗੱਲ ਸੁਣਾਂਗੇ, ਔਰ 1.5 ਸਾਲ ਵਾਸਤੇ ਲਾਗੂ ਨਹੀਂ ਕਰਦੇ। ਸੋ ਮੈਂ ਸਮਝ, ਔਰ ਇਹ ਵੀ ਕਿਹਾ ਵੀ ਤੁਸੀਂ ਆਪਣੇ ਨੁਮਾਇੰਦੇ ਦੇ ਦਿਓ, ਅਸੀਂ ਕਮੇਟੀ ਬਣਾ ਦਿੰਦੇ ਹਾਂ, ਉਹ ਜੋ ਸਿਫਾਰਿਸ਼ ਕਰਾਂਗੇ ਉਹ ਮੰਨ ਲਾਂਗੇ। ਸੋ ਹੁਣ ਐਜੀਟੇਸ਼ਨ ਦੀ ਗੱਲ ਕੋਈ ਰਹੀ ਨਹੀਂ ਹੈ। ਜਦ ਉਹਨਾਂ ਦੇ ਹੱਕ, ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ, ਉਹਨਾਂ ਕਿਹਾ ਠੀਕ ਹੈ ਤੁਸੀਂ ਆਪਣੇ ਨੁਮਾਇੰਦੇ ਦਿਓ, ਜਿਹੜੇ ਤੁਸੀਂ ਐਕਸਪਰਟ ਸਮਝਦੇ ਆ ਉਹਨਾਂ ਨੂੰ ਦੇ ਦਿਓ। ਉਹ ਹੁਣ ਐਕਸਪਰਟ ਦੇਣ ਦੀ ਬਜਾਏ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਐਕਸਪਰਟ ਦੇਣ 'ਤੇ ਨਾ ਕਰਤੀ, ਦਿੱਤੇ ਨਹੀਂ। ਲੇਕਿਨ ਅਸੀਂ ਇੱਥੇ ਕਹਿੰਦੇ ਵੀ ਤੁਸੀਂ ਲਿਆਓ ਐਕਸਪਰਟ ਦਿਓ, ਕਿਹੜੇ ਤੁਸੀਂ ਸਮਝਦੇ ਆ, ਉਹਨਾਂ ਦੀ ਬੈਠ ਕੇ ਡਿਸਕਸ਼ਨ ਕਰਵਾ ਦਿੰਦੇ, ਜੋ ਹੱਲ ਉਹਦੇ 'ਚ ਨਿਕਲੇਗਾ ਉਹ ਤੋਂ ਬਾਅਦ ਆਪਾਂ ਫਿਰ ਲਾਗੂ ਕਰ ਦਾਂਗੇ। ਪਰ ਕਿਸਾਨ ਕਹਿੰਦੇ ਕਿ ਜਦੋਂ 90% ਜਿਹੜੇ ਕਾਨੂੰਨ ਨੇ ਉਹਨਾਂ ਨੂੰ ਆਪਾਂ ਰੱਦ ਕਰਕੇ ਮੰਨ ਕੇ ਚੱਲ ਰਹੇ ਹਾਂ ਕਿ ਰੱਦ ਨੇ, ਕਿ ਉਹਨਾਂ 'ਚ ਕੁਛ ਹੈ ਨਹੀਂ, ਤਬਦੀਲੀਆਂ ਦੀ ਲੋੜ ਆ, ਫਿਰ ਕਹਿੰਦੇ 10% ਪਿੱਛੇ ਕਿਉਂ ਸਟੈਂਡ ਲੈ ਰਹੀ ਹੈ ਕੇਂਦਰ ਸਰਕਾਰ? ਦੇਖੋ, ਕਿਸੇ ਗੱਲ ਦਾ ਵੀ ਹੱਲ ਕਰਨ ਵਾਸਤੇ ਦੁਨੀਆ ਦੇ ਬੜੇ ਬੜੇ ਮਸਲੇ ਵੀ ਟੇਬਲ 'ਤੇ ਬਹਿ ਕੇ ਮੁੱਕੇ ਆ। ਅਗਰ ਉਹ ਦੇਸ਼ ਦੇ ਨਾਗਰਿਕ ਹੈ, ਸਰਕਾਰ ਦੇਸ਼ ਦੀ ਹੈ, ਨੁਮਾਇੰਦਿਆਂ ਨੇ ਜੋ ਚੁਣ ਕੇ ਨੁਮਾਇੰਦੇ ਹੈ ਉਹਨਾਂ ਦੀ ਸਰਕਾਰ ਹੈ, ਕਿਹਨੇ ਚੁਣੇ? ਨੋਮੀਨੇਟਡ ਤਾਂ ਹੈ ਨਹੀਂ ਉਹ ਕਿਸੇ ਦੇ, ਇਲੈਕਟਡ ਰਿਪਰੈਜ਼ੈਂਟੇਟਿਵ ਹੈ, ਪਬਲਿਕ ਨੇ ਚੁਣੇ। ਉਹਨਾਂ ਨੇ ਇੱਕ ਆਪਣੀ ਪਾਲਿਸੀ ਬਣਾਈ, ਉਸ ਪਾਲਿਸੀ 'ਚ ਕੁਝ ਲੋਕਾਂ ਨੂੰ, ਇੱਕ ਖਾਸ ਤਬਕੇ ਨੂੰ ਮਤਭੇਦ ਹੈ, ਔਰ ਉਹਨਾਂ ਨੂੰ ਮਤਭੇਦ ਹੈ, ਉਹ ਕਹਿੰਦੇ ਲਿਆਓ ਅਸੀਂ ਤੁਹਾਡੀ ਗੱਲ ਸੁਣਨ ਤਿਆਰ ਹਾਂ। ਉਹਨਾਂ ਨੇ ਤਾਂ ਨਹੀਂ ਕਿਹਾ ਵੀ ਅਸੀਂ ਸੁਣਨੀ ਨਹੀਂ। ਹੁਣ ਸਿਰਫ ਇਹ ਕਹੀਏ ਵੀ ਜੀ ਚਰਚਾ ਹੀ ਤਾਂ ਹੋਣੀ ਹੈ, ਪਹਿਲੇ ਉਹਨਾਂ ਨੂੰ ਵਾਪਸ ਲਓ, ਉਹਦਾ ਨਾਲ ਥੋੜ੍ਹੀ ਲੜਾਈਆਂ ਹੁੰਦੀਆਂ। ਉਹ ਸਿੰਪਲ ਲੋਕ ਕਹਿੰਦੇ ਆ ਜਾਓ, ਕੋਈ ਤੁਸੀਂ ਨੁਕਸ ਕੱਢੋ, ਅਸੀਂ ਨੁਕਸ ਅਮੈਂਡ ਕਰ ਦਾਂਗੇ। ਹੁਣ ਇਹੀ ਜਿਹੜੇ ਉਹਨਾਂ ਨੇ ਕਾਨੂੰਨ ਬਣਾਏ ਹੈ, ਦੇਸ਼ ਦੇ ਬਾਕੀ ਹਿੱਸਿਆਂ 'ਚ ਤਾਂ ਲੋਕਾਂ ਨੂੰ ਲੱਗਦਾ ਵੀ ਬਹੁਤ ਸਾਡਾ ਫਾਇਦਾ ਹੋ ਗਿਆ, ਉੱਥੇ MSP ਮਿਲਦੀ ਹੋਣੀ ਸੀ ਕਿਸੇ ਨੂੰ, ਈਵਨ ਕਮਿਊਨਿਸਟ ਸਟੇਟਸ ਦੇ ਵਿੱਚ ਨਹੀਂ ਸੀ ਮਿਲਦੀ। ਇਹਨਾਂ ਨੇ ਆਪਣੇ ਲੀਡਰਾਂ ਨੂੰ ਜ਼ਿੰਮੇਦਾਰ ਬਣਾਇਆ ਹੋਇਆ ਤਾਂ ਜ਼ੋਨ ਵੱਡੇ ਵਿੱਚ ਵੀ ਤੁਸੀਂ ਜੋ ਮਰਜ਼ੀ ਕਰੋ। ਪਰ ਦਿੱਕਤ ਇਹ ਆ ਮਿੱਤਲ ਸਾਹਿਬ, ਜਿਹੜਾ ਕੌਮਾਂਤਰੀ ਪੱਧਰ 'ਤੇ ਜੇਕਰ ਦੇਖੀਏ, ਖੁੱਲ੍ਹੀ ਮੰਡੀ ਦਾ ਜਿਹੜਾ ਕੰਸੈਪਟ ਆ, ਇਹਨਾਂ ਨੇ ਪਹਿਲਾਂ ਵੀ ਕਈ ਦੇਸ਼ਾਂ ਦੀ ਖੇਤੀ ਤਬਾਹ ਕਰਤੀ। ਹੁਣ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵੀ ਚਾਹੁੰਦੇ ਆ ਕਿ ਖੇਤੀ 'ਤੇ, ਅਨਾਜ 'ਤੇ ਕਬਜ਼ਾ ਕਰਿਆ ਜਾਵੇ। ਕਹਿੰਦੇ ਜਿਹੜੀ BJP ਦੀ ਸਰਕਾਰ ਆ ਕੇਂਦਰ ਦੀ, ਉਹ ਮਤਲਬ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗ ਚੁੱਕੀ ਹੈ। ਉਹਦੇ ਨਾਲ ਕਹਿੰਦੇ ਪੰਜਾਬ ਨੂੰ, ਕਿਸਾਨੀ ਨੂੰ ਵੱਡਾ ਨੁਕਸਾਨ ਹੋਏਗਾ। ਕਹਿੰਦੇ ਉਹ ਕੰਸੈਪਟ ਹੀ ਖਰਾਬ ਆ ਜਿਹੜਾ ਖੁੱਲ੍ਹੀ ਮੰਡੀ ਦਾ। ਇਹ ਐਲੀਗੇਸ਼ਨ ਹੈ, ਇਹ ਉਹਨਾਂ ਦਾ ਦੋਸ਼ ਹੈ। ਉਹਨਾਂ ਨੂੰ ਇਹ ਪੜ੍ਹਾਤਾ, ਗਲਤ ਪੜ੍ਹਾਤਾ। ਇਹ ਲੈਫਟ ਥਾਟ ਹੈ, ਜਿਨ੍ਹਾਂ ਨੇ ਪੜ੍ਹਾਇਆ ਉਹਨਾਂ ਨੂੰ, ਉਹ ਆਪਣੀ ਗੱਲ ਨੂੰ ਮਨਾਉਣ ਵਾਸਤੇ ਇੱਕ ਗਲਤ ਐਲੀਗੇਸ਼ਨ ਲਗਾ ਕੇ ਚੱਲਣਾ ਚਾਹੁੰਦੇ ਆ। ਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਕੇਂਦਰ ਦੀ ਸਰਕਾਰ ਕਿਸੇ ਕਾਰਪੋਰੇਟ ਹਾਊਸ ਦੇ ਨੀਚੇ ਹੈ, ਨਾ ਪਹਿਲੇ ਸੀ, ਨਾ ਹੋਣਾ, ਨਾ ਅੱਗੇ ਨੂੰ ਹੋਊਗੀ। ਉਹ ਤਾਂ ਜਨਤਾ ਦੇ ਨਾਲ, ਆਤਮ ਨਿਰਭਰ ਦਾ ਤਾਂ ਨਾਰਾ ਲਗਾ ਰਹੇ ਮੋਦੀ ਸਾਹਿਬ। ਮੋਦੀ ਸਾਹਿਬ ਦਾ ਤਾਂ ਨਾਰਾ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ। ਇਹ ਕਿਤੇ ਹੈ ਕਮਿਊਨਿਸਟ ਥਿਊਰੀ 'ਚ, ਜਾਂ ਪਹਿਲੇ ਕਿਹਨੇ ਨਾਰਾ ਲਗਾਇਆ? ਇਸ ਕਰਕੇ ਜਿੱਥੇ ਤੱਕ ਕੇਂਦਰ ਸਰਕਾਰ ਦਾ ਤਾਲੁਕ ਹੈ, ਕਿਸੇ ਕਾਰਪੋਰੇਟ ਦੇ ਦਬਾਅ ਹੇਠ ਨਹੀਂ। ਔਰ ਮੈਂ ਫੂਡ ਮਿਨਿਸਟਰ ਹਾਂ 5 ਸਾਲ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ, ਜਿੰਨਾ ਪੰਜਾਬ ਦਾ ਅਨਾਜ ਹੈ, ਸਰਕਾਰ ਦੀਆਂ 6 ਏਜੰਸੀਆਂ ਲੱਗਦੀਆਂ ਉਹਦੇ 'ਚ, FCI ਵੀ ਉਹਦੇ 'ਚ ਸ਼ਾਮਲ ਹੈ। ਇੰਨਾ ਅਨਾਜ ਦੀ ਪੈਦਾਵਾਰ ਹੈ, ਉਹ ਸਾਰੇ ਵੀ ਅਗਰ ਖਰੀਦ ਲੈਣ ਤਾਂ ਵੀ ਉਹ ਕਾਬੂ ਨਹੀਂ ਆਉਂਦਾ, ਰੱਖਣ ਦੀ ਵਿਵਸਥਾ ਨਹੀਂ ਬਣਦੀ। ਅਤੇ ਇੰਨੇ ਅਨਾਜ ਨੂੰ ਕਿਹੜਾ ਕਾਰਪੋਰੇਟ ਖਰੀਦ ਲਏਗਾ? ਕਾਰਪੋਰੇਟ ਹਾਊਸ ਨਹੀਂ ਖਰੀਦ ਸਕਦਾ, ਉਹਨਾਂ ਦੀ ਕਪੈਸਿਟੀ ਨੂੰ ਥੋੜ੍ਹਾ ਬਹੁਤ ਲੈ ਲੈਣਗੇ ਆਪਣੀ ਮੈਨੂਫੈਕਚਰਿੰਗ ਵਾਸਤੇ, ਨਾਟ ਦੀ ਹੋਲ ਆਫ ਦੀ ਫੂਡ। ਹੋਲ ਆਫ ਦੀ ਫੂਡ ਤਾਂ ਜਿਹੜਾ ਪ੍ਰੈਜ਼ੈਂਟ ਸਿਸਟਮ ਚੱਲ ਰਿਹਾ ਹੈ, ਉਹਦੇ ਵਿੱਚ ਹੀ ਕਾਬੂ ਆਉਣਾ ਹੈ। ਔਰ ਇਸ ਕਰਕੇ ਨਾ ਮੰਡੀ ਖਤਮ ਹੋਣੀ ਹੈ, ਨਾ ਆੜਤ ਖਤਮ ਹੋਣੀ ਹੈ। ਉਹ ਸਿਰਫ ਇੱਕ ਪੈਰਲਲ ਮੰਡੀ, ਉਹਨਾਂ ਨੇ ਕਿਹਾ ਥਾ ਵੀ ਜੇ ਕਿਸੇ ਨੂੰ ਵੱਧ ਕੀਮਤ ਮਿਲਦੀ ਹੈ, ਉਹ ਪੈਰਲਲ ਸਾਈਡ 'ਤੇ ਖਰੀਦ ਲਿਓ, ਉਹਦੇ 'ਤੇ ਕੋਈ ਟੈਕਸਾਂ ਦੀ ਛੂਟ ਦੇਤੀ। ਉਹਦੇ ਨਾਲ ਕੁਛ ਜਿਹੜੇ ਇੰਡਸਟਰੀਲਿਸਟ ਤੇ ਉਹਨਾਂ ਦਾ ਫਾਇਦਾ ਤਾਂ,
ਜਦ ਮੇਰੇ 10 ਰੁਪਏ ਬਚਦੇ ਆ ਤਾਂ ਮੈਂ ਕਹੂੰਗਾ 5 ਰੁਪਏ ਕਿਸਾਨ ਨੂੰ ਮੈਂ ਵੱਧ ਦੇ ਦਿੰਦਾ। ਉਹਦੇ 'ਚ ਕਿਸਾਨ ਨੂੰ ਵੱਧ ਪੈਸੇ ਮਿਲਣ, ਇਸ ਕਰਕੇ ਇੱਕ ਪੈਰਲਲ ਸਟਰਕਚਰ ਖੜਾ ਕੀਤਾ ਤਾ, ਪਰ ਉਹ ਤਾਂ ਹੁਣ ਖਤਮ ਹੋ ਗਿਆ। ਤੁਸੀਂ ਖੁਦ ਕਿਸਾਨ ਵੀ ਹੋ, ਤੁਸੀਂ ਆੜ੍ਹਤੀਆਂ ਨਾਲ ਵੀ ਤੁਹਾਡੇ ਸੰਬੰਧ ਨੇ। ਮੈਂ ਖੁਦ ਵੀ ਕਿਸਾਨੀ ਕਰਦਾ ਰਿਹਾ, ਖੁਦ ਵੀ ਮੰਡੀਆਂ 'ਚ ਮੈਂ ਖੁਦ ਜਾਂਦਾ ਰਿਹਾ। ਪ੍ਰਾਈਵੇਟ ਜਿਹੜੇ ਵਪਾਰੀ ਵੱਧ ਰੇਟ ਤੇ ਪਹਿਲੀ ਮੰਡੀਆਂ 'ਚ ਖਰੀਦ ਲੈਂਦੇ ਸੀ, ਇਹ ਵਿਵਸਥਾ ਹੈਗੀ ਸੀ। ਇਹ ਨਹੀਂ ਸੀ ਕਿ ਪ੍ਰਾਈਵੇਟਾਂ ਤੇ ਖਰੀਦਣ ਤੇ ਰੋਕ ਹੈ। ਫਿਰ ਇਹ ਨਵੇਂ ਕਾਨੂੰਨ ਲਿਆਉਣ ਦੀ ਕੀ ਲੋੜ ਪੈ ਗਈ? ਨਹੀਂ, ਐਸਾ ਨਹੀਂ ਤਾਂ ਪ੍ਰਾਈਵੇਟ ਜਿਹੜੇ ਖਰੀਦਦੇ ਥੇ ਨਾ, ਉਹ ਇਹ ਵਿਵਸਥਾ ਨਹੀਂ ਤੀ ਵੀ ਉਹਨਾਂ ਨੂੰ ਟੈਕਸ ਉਹਨਾਂ ਨੂੰ ਵੀ ਦੇਣੇ ਪੈਂਦੇ ਤੇ। ਉਹ ਪ੍ਰਾਈਵੇਟ ਕਿਵੇਂ ਖਰੀਦਦੇ ਤੇ ਖੜੀ ਫਸਲ ਦਾ ਮੁੱਲ ਪਾਉਂਦੇ ਤੇ, ਉੱਥੇ ਐਮਐਸਪੀ ਕੋਈ ਨਹੀਂ ਸੀ। ਜਿਹੜਾ ਖੜੀ ਫਸਲ ਦਾ ਮੁੱਲ ਪਾਉਂਦੇ ਤੇ ਉਹਦੇ ਤਾਂ ਕਿਸਾਨ ਲੂਜ਼ ਕਰਦਾ ਤਾ। ਇਸੇ ਲਈ ਹੁਣ ਸਾਰੇ ਦੇਸ਼ ਦੇ ਵਿੱਚ ਜਦੋਂ ਐਮਐਸਪੀ ਲਾਗੂ ਕੀਤੀ ਹੈ, ਜਿਸ ਢੰਗ ਦੇ ਨਾਲ ਇਹ ਮੰਡੀਆਂ 'ਚ ਆ ਕੇ ਵਿਕਣ ਦਾ ਸਿਸਟਮ ਸ਼ੁਰੂ ਕੀਤਾ ਹੈ, ਉਹਦੇ ਨਾਲ ਬਾਕੀ ਦੇਸ਼ ਦੇ ਕਿਸਾਨ ਖੁਸ਼ ਆ ਵੀ ਸਾਨੂੰ ਤਾਂ ਪਹਿਲੀ ਵਾਰ ਐਮਐਸਪੀ ਪਤਾ ਲੱਗਾ ਵੀ ਕਿਆ ਐਮਐਸਪੀ ਹੈ, ਐਮਐਸਪੀ ਮਿਲਣ ਕਿਵੇਂ ਲੱਗੀ ਹੈ। ਸਾਡੇ ਇੱਥੇ ਜਿਹੜਾ ਮੰਡੀ ਬੋਰਡ ਬਣਿਆ ਜਾਂ ਸਾਡੇ ਜਿਹੜਾ ਇੱਥੇ ਐਗਰੀਕਲਚਰ ਐਕਟ ਲਾਗੂ ਕੀਤਾ ਹੋਇਆ, ਉਸ ਐਕਟ ਦੇ ਤਹਿਤ ਆਲਰੇਡੀ ਮੰਡੀ ਸਿਸਟਮ ਬੜਾ ਫੁੱਲ ਪ੍ਰੂਫ ਸਿਸਟਮ ਹੈ। ਉਹਦੇ 'ਚ ਕਿਸਾਨ ਦੇ ਕੋਲ ਮਾਲ ਆਏਗਾ, ਅੱਗੇ ਫਾਰਮ ਕੱਟੇਗਾ, ਆਹ ਸਾਰਾ ਕੁਛ ਉਹਦੇ 'ਚ ਕਿਸਾਨ ਨੂੰ ਦੋ ਤਰ੍ਹਾਂ ਦਾ ਅਨਾਜ ਹੈ। ਇੱਕ ਤਾਂ ਐਜ਼ ਪਰ ਸਪੈਸੀਫਿਕੇਸ਼ਨ ਹੈ, ਉਹਨੂੰ ਤਾਂ ਐਮਐਸਪੀ ਮਿਲਦਾ। ਇੱਕ ਐਸਾ ਅਨਾਜ ਹੈ ਜਿਹੜਾ ਸਪੈਸੀਫਿਕੇਸ਼ਨ ਦੇ ਮੁਤਾਬਕ ਨਹੀਂ ਹੈ, ਉੱਥੇ ਆ ਕੇ ਫਿਰ ਉਹਨੂੰ ਪੂਰੇ ਪੈਸੇ ਨਹੀਂ ਮਿਲਦੇ। ਉਹ ਪੂਰੇ ਪੈਸੇ ਦੇਣ ਵਾਸਤੇ ਅੜ੍ਹਤੀ ਕੋਸ਼ਿਸ਼ ਕਰਦੇ ਆ। ਜਿਹੜਾ ਖਰੀਦਦਾਰ ਹੈ ਉਹਨੂੰ ਕਹਿੰਦੇ ਯਾਰ ਤੂੰ ਇੰਨੇ ਘਟਾ ਦੇ, ਇੰਨੇ ਘਟਾ ਲੈ, ਜਮੇ ਹੀ ਕਿਸਾਨ ਮਾਲ ਨਹੀਂ ਦੇਣਾ। ਮੈਂ ਖੁਦ ਮੰਡੀਆਂ 'ਚ ਜਾਂਦਾ ਰਿਹਾ, ਮੈਂ ਖੁਦ ਜਾ ਕੇ ਉਹਨਾਂ ਦਾ ਮਾਲ ਪਕਵਾਉਂਦਾ ਰਿਹਾ। ਲੇਕਿਨ ਜੇ ਐਮਐਸਪੀ ਦੇ 19 ਕੀ ਵੀ ਥਾ ਤਾਂ ਹੋ ਜਾਂਦਾ ਥਾ, ਲੇਕਿਨ ਜੇ ਬਿਲਕੁਲ ਹੀ ਡਾਊਨ ਹੈ ਤਾਂ ਉਹਨੂੰ ਪੈਸੇ ਵਧਾ ਕੇ ਮਾਲ ਉਹਦਾ ਵਿਕ ਜਾਂਦਾ, ਕਿਸਾਨ ਵੀ ਖੁਸ਼ ਥਾ। ਚਲੋ ਜਿਹੜਾ ਮਿਲਰ ਹੈ, ਜਿਹੜੇ ਰਾਈਸ ਸੈਲਰ ਵਾਲੇ ਹੈ, ਇਹ ਲੈ ਲੈਂਦੇ ਸੀ। ਫਿਰ ਉਹਨੂੰ ਕਹਿੰਦੀ ਤਾਂ ਯਾਰ ਤੁਹਾਨੂੰ ਹੋਰ ਮਾਲ ਵੱਧ ਦੇ ਦਾਂਗੇ। ਸੋ ਇਸ ਤਰੀਕੇ ਨਾਲ ਕਿਸਾਨ ਨੂੰ ਵੱਧ ਤੋਂ ਵੱਧ ਪੈਸਾ ਕਿਵੇਂ ਮਿਲੇ, ਇਹ ਐਫਰਟਸ ਹਮੇਸ਼ਾ ਸਾਡੀ ਰਹੀ ਹੈ। ਤੁਹਾਡੀ ਠੀਕ ਹੈ, ਪਰ ਜਿਹੜੇ ਟੈਕਸ ਮਾਫ ਕੀਤੇ ਨੇ ਉਹ ਤਾਂ ਜਿਹੜੇ ਪ੍ਰਾਈਵੇਟ ਵਪਾਰੀ ਨੇ ਉਹਨਾਂ ਨੂੰ ਫਾਇਦਾ ਹੋਏਗਾ। ਨਹੀਂ, ਜਿਹੜਾ ਨਵਾਂ ਸਿਸਟਮ ਲਾਗੂ ਹੋਏਗਾ, ਨਵੇਂ ਕਾਨੂੰਨ ਬਣ ਗਏ, ਉਹਦੇ ਮੁਤਾਬਕ ਜਿਹੜੇ ਪ੍ਰਾਈਵੇਟ ਘਰਾਣੇ ਖਰੀਦਣਗੇ ਅਨਾਜ ਨੂੰ, ਉਹਨਾਂ ਨੂੰ ਟੈਕਸ ਨਹੀਂ ਦੇਣਾ ਪਏਗਾ। ਕਿਹਾ ਜਾ ਰਿਹਾ ਕਿ ਉਹ ਟੈਕਸ ਦੀ ਜਿਹੜੀ ਕਮਾਈ ਹੈ ਜਾਂ ਉਹਦਾ ਜਿਹੜਾ ਫਾਇਦਾ ਉਹ ਅੱਗੇ ਕਿਸਾਨਾਂ ਨੂੰ ਫਾਇਦਾ ਹੋ ਸਕਦਾ। ਪਰ ਇਹਦੇ ਨਾਲ ਇੱਕ ਪੰਜਾਬ ਦਾ ਵੱਡਾ ਨੁਕਸਾਨ ਹੋਏਗਾ। ਜਿਹੜੀ ਪੇਂਡੂ ਵਿਕਾਸ ਦੀ ਜਿਹੜੀ ਫੀਸ ਹੈ 5500 ਕਰੋੜ ਸਾਲਾਨਾ ਦਾ, ਉਹ ਫਿਰ ਪੰਜਾਬ ਨੂੰ ਤੇ ਵੱਡੀ ਸੱਟ ਵੱਜੇਗੀ। ਇਸ ਤਰ੍ਹਾਂ ਤਾਂ ਜੇ ਆਪਾਂ ਡਿਟੇਲ 'ਚ ਜਾਈਏ ਤੇ ਫਾਇਦੇ ਨੁਕਸਾਨ ਬਹੁਤ ਸਾਰੇ ਆ। ਜਿਹੜੀ ਰੂਰਲ ਡਿਵੈਲਪਮੈਂਟ ਫੰਡ RDF ਨੂੰ ਕਹਿੰਦੇ ਆ, ਉਹ ਤਾਂ ਸਰਕਾਰ ਨੇ ਕਿਤੇ ਬੰਦ ਤਾਂ ਨਹੀਂ ਕੀਤਾ। ਉਹ ਤਾਂ ਸਿਰਫ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਹਿਸਾਬ ਦਿਓ, ਤੁਸੀਂ ਖਰਚਦੇ ਕਿੱਥੇ ਆ। ਜਿਹੜਾ ਇਹਨਾਂ ਕੋਲ ਪਿਆ ਉਹ ਵੀ ਰਿਲੀਜ਼ ਹੋ ਜਾਣਾ। ਇਹ ਤਾਂ ਸਿਰਫ ਪੰਜਾਬ ਸਰਕਾਰ ਤਾਂ ਬਹਾਨਾ ਭਾਲਦੀ ਲੜਨ ਦਾ। ਹੁਣ ਡਾਇਰੈਕਟ ਪੇਮੈਂਟ ਦੀ ਗੱਲ ਇਹ ਖੁਦ ਮੰਨ ਕੇ ਆਏ ਹੋਏ ਆ। ਹੁਣ ਆੜ੍ਹਤੀਆਂ ਨੂੰ ਚੱਕ ਦਿੱਤਾ ਵੀ ਡਾਇਰੈਕਟ ਪੇਮੈਂਟ ਨਾਲ ਤੁਹਾਡਾ ਨੁਕਸਾਨ ਹੋ, ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਸਾਰੀ ਸਟੇਟਸ ਨੇ ਲਾਗੂ ਕਰਤਾ, ਇੱਕ ਸਿਰਫ ਪੰਜਾਬ ਰਹਿ ਗਈ ਹਰਿਆਣੇ 'ਚ ਰੌਲਾ। ਸੋ ਉਹ ਜਿਹੜੀ ਫੀਸ ਹੈ ਉਹ ਆਉਣੀ ਤਾਂ ਦਿਹਾਤਾਂ ਵਾਸਤੇ, ਮੈਨੂੰ ਵੀ ਪਤਾ ਹੈ, ਕੇਂਦਰ ਸਰਕਾਰ ਨੂੰ ਵੀ ਪਤਾ ਵੀ ਦਿਹਾਤਾਂ ਵਾਸਤੇ। ਉਹ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਥੋੜ੍ਹਾ ਬਹੁਤ ਤਾਂ ਢੰਗ ਵਰਤਣਾ ਹੀ ਪਏਗਾ ਨਾ। ਸੋ ਇਹ ਅਗਰ ਉਹ ਫੀਸ ਪਹਿਲੇ ਉਹਨਾਂ ਨੇ ਐਗਜ਼ੈਂਪਟ ਕਰਤੀ ਸੀ, ਪਹਿਲੇ ਟੈਕਸ ਵੀ ਐਗਜ਼ੈਂਪਟ ਕਰਤੇ ਤੇ। ਜੇ ਇਹ ਤਿੰਨੇ ਕਾਨੂੰਨ ਨਹੀਂ ਵੀ ਹੁੰਦੇ, ਉਹਦੇ ਨਾਲ ਕੋਈ ਇਹ ਨਹੀਂ ਹੋਣਾ ਸੀਗਾ ਕਿ ਕਿਸਾਨਾਂ ਦਾ ਨੁਕਸਾਨ ਹੋ ਗਿਆ, ਪੰਜਾਬ ਦਾ ਨੁਕਸਾਨ ਹੋ ਗਿਆ। ਕਿਉਂਕਿ ਇਹ ਤਿੰਨੇ ਕਾਨੂੰਨਾਂ ਨਾਲ ਆਉਣ ਨਾਲ ਕਿਸਾਨਾਂ ਦੇ ਬਲਕਿ ਜਾਗਰੂਕਤਾ ਆ ਗਈ ਕਿਸਾਨਾਂ ਦੇ ਵਿੱਚ। ਉਹਨਾਂ ਦੀ ਲੁੱਟ ਕਿਹੜੇ ਪਾਸੋਂ ਕਿਵੇਂ ਹੋ ਰਹੀ ਆ ਉਹ ਉਹਨਾਂ ਨੂੰ ਪਤਾ ਲੱਗ ਗਿਆ। ਇਹਦਾ ਬਲਕਿ ਮੰਨ ਕੇ ਚੱਲ ਲਓਗੇ ਕਿਸਾਨਾਂ ਨੂੰ ਇਸ ਪੱਖੋਂ ਫਾਇਦਾ ਹੋ ਗਿਆ ਕਿ ਚੇਤਨਤਾ ਆ ਗਈ। ਦੇਖੋ ਇਸ ਤਰ੍ਹਾਂ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ ਕਿਸਾਨ ਦਾ। ਇਹੀ ਤਾਂ ਕੇਂਦਰ ਸਰਕਾਰ ਕਹਿੰਦੀ ਵੀ ਆਓ ਤੁਸੀਂ ਦੱਸੋ ਤੁਹਾਡਾ ਕਿਆ ਨੁਕਸਾਨ, ਅਸੀਂ ਰੈਕਟੀਫਾਈ ਕਰ ਦਿੰਦੇ। ਕੋਈ ਸਰਕਾਰ, ਮੈਂ ਆਪਣੀ ਪਾਰਟੀ ਦੀ ਗੱਲ ਕਰਦਾ, ਮੇਰੀ ਪਾਰਟੀ ਦੀ ਸਰਕਾਰ ਇਹ ਕਦੇ ਨਹੀਂ ਚਾਹੇਗੀ ਕਿਸਾਨ ਦਾ ਜਾਂ ਜਨਤਾ ਦਾ ਨੁਕਸਾਨ ਹੋਵੇ। ਕਿਉਂਕਿ ਸਰਕਾਰ ਕਾਹਦੇ ਵਾਸਤੇ ਬਣਦੀ ਹੈ? ਜਨਤਾ ਵਾਸਤੇ ਬਣਦੀ ਹੈ। ਸਰਕਾਰ ਕੌਣ ਬਣਾਉਂਦਾ? ਜਨਤਾ ਬਣਾਉਂਦੀ ਹੈ। ਨਹੀਂ, ਉਹੀ ਤਾਂ ਲੋਕ ਕਹਿੰਦੇ ਆ ਜੇ ਸਰਕਾਰ ਜਨਤਾ ਵਾਸਤੇ ਬਣਦੀ ਆ, ਕਿਸਾਨਾਂ ਵਾਸਤੇ ਬਣਦੀ ਆ, ਫਿਰ ਕਿਸਾਨ ਨਹੀਂ ਚਾਹੁੰਦੇ ਵੀ ਕਾਨੂੰਨ ਲਿਆਂਦੇ ਜਾਣ। ਫਿਰ ਕਿਉਂ ਮਤਲਬ ਕਾਨੂੰਨ ਲਿਆਂਦੇ? ਵਿਊ ਹੈ। ਇਸੇ ਕਰਕੇ ਮੈਂ ਵੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਬਜਾਇਜ਼ ਤੇ ਵੀ ਅਸੀਂ ਸੜਕ ਤੇ ਖੜੇ ਹੋ ਕੇ ਲੜੀ ਜਾਈਏ, ਗਾਲਾਂ ਕੱਢੀਏ, ਬੁਰਾ ਭਲਾ ਕਹੀਏ ਵੀ ਤੁਸੀਂ ਆਓ ਟੇਬਲ ਤੇ ਬੈਠੋ। ਪ੍ਰਧਾਨ ਮੰਤਰੀ ਤਾਂ ਕਹਿੰਦਾ ਆਓ ਤੁਸੀਂ। ਔਰ ਇਸ ਤੋਂ ਵਧੀਆ ਪ੍ਰਧਾਨ ਮੰਤਰੀ ਜਿਹੜਾ ਈਜ਼ੀਲੀ ਅਪਰੋਚੇਬਲ, ਜਿਹੜਾ ਈਜ਼ੀਲੀ ਮਿਲਣ ਨੂੰ ਤਿਆਰ ਹੈ, ਆਰਾਮ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ,
ਨਹੀਂ ਮਿਲ ਸਕਦਾ। ਪਰ ਪ੍ਰਧਾਨ ਮੰਤਰੀ ਨੇ ਤਾਂ ਕਦੇ ਸੱਦਾ ਦਿੱਤੀ ਨਹੀਂ ਕਿਸਾਨਾਂ ਨੂੰ। ਕਿਸਾਨ ਤਾਂ ਖੁਦ ਕਹਿੰਦੇ ਆ ਕਿ ਮੋਦੀ ਜੀ ਗੱਲ ਕਰਨ ਸਾਡੇ ਨਾਲ। ਲੋਕ ਸਭਾ ਦੇ ਵਿੱਚ ਖੜੇ ਹੋ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਆਓ ਗੱਲ ਕਰੋ। ਬਾਹਰ ਵੀ ਕਿੰਨੀ ਵਾਰ ਕਿਹਾ, ਪਰ ਪ੍ਰਧਾਨ ਮੰਤਰੀ ਦੀ ਗੱਲ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਿੱਧਾ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਹੈ। ਗੱਲ ਤਾਂ ਸਰਕਾਰ ਦੇ ਮੰਤਰੀ ਹੀ ਕਰਦੇ ਆ, ਔਰ ਫਾਈਨਲ ਜਾ ਕੇ ਪ੍ਰਧਾਨ ਮੰਤਰੀ ਕੋਲ ਜਾ ਕੇ ਗੱਲ ਕਰਨਗੇ। ਪਹਿਲੇ ਪ੍ਰਾਇਮਰੀ ਲੈਵਲ ਤੇ ਤਾਂ ਬਹਿ ਕੇ ਗੱਲ ਕਰਨ। ਪਰ ਲਾਸਟ ਜਦੋਂ ਗੱਲ ਟੁੱਟੀ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਕਾਰ, ਉਦੋਂ ਸਰਕਾਰ ਨੇ ਇਹ ਕਿਹਾ ਸੀ ਕਿ ਕਿਸਾਨ ਹੁਣ ਪਹਿਲ ਕਰਨਗੇ। ਕੀ ਤੁਸੀਂ ਮੰਨਦੇ ਹੋ ਕਿ ਜਿਹਦੇ ਤੇ ਦੋਸ਼ ਲੱਗਦੇ ਨੇ ਉਹ ਕਹੇ ਭਈ ਆਓ ਤੁਹਾਡੇ ਮਸਲੇ ਹੱਲ ਕਰ ਦਿੰਦੇ ਆ ਸਰਕਾਰ ਦਾ, ਤੇ ਤੁਸੀਂ ਹੁਣ ਵਿਚੋਲਗੀ ਕਰਨ ਨੂੰ ਤਿਆਰ ਹੋ ਕਿ ਤੁਸੀਂ ਕਹੋ ਕਿ ਕੇਂਦਰ ਸੱਦਾ ਦੇਵੇ ਕਿਸਾਨਾਂ ਨੂੰ? ਉਹ ਇਸ ਕਰਕੇ ਉਹਨਾਂ ਨੇ ਕਿਹਾ ਪਹਿਲ ਕਰਨਗੇ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ 1.5 ਸਾਲ ਵਾਸਤੇ ਲਾਗੂ ਨਹੀਂ ਕਰਦੇ। ਜਿਹੜੀਆਂ ਗੱਲਾਂ ਤੁਹਾਨੂੰ ਇਹ 3 ਕਾਨੂੰਨਾਂ 'ਚ ਗਲਤ ਲੱਗਦੀਆਂ, ਉਹ ਤੁਸੀਂ ਆਓ, ਜਿੱਦਣ ਤੁਸੀਂ ਕਹੋਗੇ ਅਸੀਂ ਉਦੋਂ ਬੈਠ ਕੇ ਤੁਹਾਡੀ ਗੱਲ ਸੁਣਨ ਨੂੰ ਤਿਆਰ ਹਾਂ, ਕਮੇਟੀ ਬਣਾਉਣ ਨੂੰ ਤਿਆਰ ਹਾਂ। ਹੁਣ ਕਮੇਟੀ ਬਣਾਉਣ ਦੀ ਸਹਿਮਤੀ ਤਾਂ ਕਿਸਾਨਾਂ ਨੇ ਦੇਣੀ ਹੈ। ਸਰਕਾਰ ਨੇ ਤਾਂ ਆਫਰ ਦਿੱਤੀ, ਉਹ ਇਸ ਗੱਲ ਤੇ ਤਾਂ ਆਫਰ ਨੂੰ ਤਾਂ ਐਕਸੈਪਟ ਨਹੀਂ ਕਰਦੇ। ਲੇਕਿਨ ਮੈਂ ਤੁਹਾਡੇ ਜ਼ਰੀਏ ਫਿਰ ਵੀ ਇਹ ਕਹਿਣਾ ਚਾਹੁੰਦਾ ਕਿਸਾਨਾਂ ਨੂੰ ਕਿ ਸਰਕਾਰ ਅੱਜ ਵੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੈ, ਔਰ ਅਗਰ ਤੁਸੀਂ ਪਹਿਲ ਕਰੋ, ਤੁਸੀਂ ਇਹ ਗੱਲ 'ਤੇ ਆਪਣੀ ਸਹਿਮਤੀ ਬਣਾਓ ਕਿ ਐਜੀਟੇਸ਼ਨ ਕਰਨ ਦੀ ਬਜਾਏ ਵੀ ਹਾਂ ਅਸੀਂ ਬੈਠ ਕੇ ਗੱਲ ਕਰਨ ਤਿਆਰ ਹਾਂ, ਤੇ ਸਰਕਾਰ ਤਿਆਰ ਹੈ, ਮੈਂ ਜਾਣ ਨੂੰ ਤਿਆਰ ਹਾਂ। ਤੇ ਗੱਲ ਤਾਂ ਫਿਰ ਉਹੀ ਹੋ ਗਈ ਨਾ, ਕਿਸਾਨ ਕਹਿੰਦੇ ਤਿੰਨੇ ਕਾਨੂੰਨ ਰੱਦ ਕਰ ਦਿਓ, ਅਸੀਂ ਗੱਲ ਕਰ ਲਾਂਗੇ। ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਰੱਦ ਕਰ ਦਿਓ, ਇਹ ਤਾਂ ਬਰਾਬਰੀ ਹੋ ਗਿਆ ਨਾ। ਇਹ ਤਾਂ ਮੈਂ ਨਾ ਬਰਾਬਰ ਨਹੀਂ ਹੈ, ਇਹ ਤਾਂ ਮੈਂ ਨਾ ਮੰਨਣ ਵਾਲੀ ਗੱਲ ਹੈ। ਉਹ ਕਹਿੰਦੇ ਵੀ ਤੁਸੀਂ ਆਓ ਦੱਸੋ, ਅਸੀਂ ਚੇਂਜ ਕਰਨੇ ਆ, ਅਮੈਂਡ ਕਰਨੇ ਆ, ਰਿਪਲੇਸ ਕਰਨੇ, ਜੋ ਵੀ ਹੋਏਗਾ ਉਹਦੇ 'ਚ ਬਹਿ ਕੇ ਕਰਾਂਗੇ। ਪੁਆਇੰਟ ਆਊਟ ਤਾਂ ਕਰੋ, ਕਾਲੇ ਕਿਸ ਗੱਲ 'ਤੇ ਹੋਏ? ਕਾਲੇ ਤਾਂ ਸਾਰੇ ਕਾਨੂੰਨ ਆ। ਪਰ ਤੁਹਾਡੇ ਤਾਂ ਉਦੋਂ ਪੈ ਜਾਂਦੇ ਮਿੱਤਲ ਸਾਹਿਬ ਜਦੋਂ ਕੇਂਦਰ ਦੇ ਮੰਤਰੀ ਇਹ ਬਿਆਨ ਦੇ ਦਿੰਦੇ ਆ ਕਿ ਕਾਨੂੰਨ ਰੱਦ ਨਹੀਂ ਹੋਣਗੇ, ਕਿਸਾਨਾਂ ਨੂੰ ਅਸੀਂ ਉਦਮੀ ਬਣਾਉਣਾ ਹੈ। ਜਦੋਂ ਇਹ ਬਿਆਨ ਆ ਜਾਂਦੇ ਆ ਨਾ ਮੀਟਿੰਗ ਚੱਲਦੇ ਫਿਰ ਪੰਗਾ ਪੈਦਾ ਹੁੰਦਾ। ਇਹ ਕਹਿਣਾ ਕਿ ਕਾਨੂੰਨ ਰੱਦ ਨਹੀਂ ਹੋਣਗੇ, ਮਤਲਬ ਜੋ ਕਹਿੰਦੇ ਪਹਿਲੇ ਰੱਦ ਕਰੋ ਫਿਰ ਮੀਟਿੰਗ ਕਰਨੀ ਹੈ, ਉਹ ਇਸ ਵਾਸਤੇ ਕਹਿੰਦੇ ਆ। ਲੇਕਿਨ ਇਹ ਨਹੀਂ ਉਹਨਾਂ ਨੇ ਕਿਹਾ ਵੀ ਜੇ ਗੱਲਬਾਤ ਵਿੱਚ ਜੋ ਸਿੱਟਾ ਨਿਕਲੇਗਾ ਵੀ ਉਹ ਵੀ ਅਸੀਂ ਨਹੀਂ ਮੰਨਣਾ। ਉਹ ਕਹਿੰਦੇ ਲਿਆਓ ਗੱਲਬਾਤ ਕਰਕੇ ਆਓ, ਸਿੱਟਾ ਕੱਢੀਏ, ਜੋ ਉਹਦੇ 'ਚ ਚੀਜ਼ਾਂ ਨਿਕਲਣਗੀਆਂ ਅਸੀਂ ਲਾਗੂ ਕਰਾਂਗੇ। ਤੁਸੀਂ ਇਹ ਮੰਨ ਕੇ ਚੱਲਦੇ ਹੋ ਵੀ ਗੱਲਬਾਤ ਦੌਰਾਨ ਜੇ ਗੱਲਬਾਤ ਦੋਨੇ ਤਰ੍ਹਾਂ 'ਚ ਸਹਿਮਤੀ ਹੋ ਗਈ ਕਿ ਕਾਨੂੰਨ ਗੱਲਬਾਤ ਦੌਰਾਨ ਰੱਦ ਵੀ ਹੋ ਸਕਦੇ? ਰੱਦ ਕਰਨ ਦੀ ਗੱਲ ਤਾਂ ਆਪਾਂ ਕਿਉਂ ਇਹ ਰੱਦ ਦੇ ਉੱਤੇ ਕਿਉਂ ਅੜਦੇ ਹਾਂ? ਜਦੋਂ ਕਹਿੰਦੇ ਵੀ ਤੁਸੀਂ ਆਓ ਬਹਿ ਕੇ ਗੱਲ ਕਰੋ, ਜੋ ਉਹਦੇ 'ਚ ਸੁਝਾਅ ਆਉਣਗੇ, ਜੋ ਉਹਦੇ 'ਚ ਮੰਨਣ ਵਾਲੀ ਗੱਲ ਹੋਏਗੀ ਉਹ ਮੰਨਾਂਗੇ। ਮੰਨਣ ਦੇ ਨਾਲ ਉਹ ਰਿਪੀਲ ਹੁੰਦੇ ਆ, ਰੱਦ ਹੁੰਦੇ ਆ, ਜਾਂ ਨਵੇਂ ਕਾਨੂੰਨ ਆਉਂਦੇ ਆ, ਜਾਂ ਅਮੈਂਡ ਹੁੰਦੇ ਆ, ਉਹ ਆਪਾਂ ਪਹਿਲੇ ਕਿਉਂ ਕਹੀਏ ਵੀ ਰੱਦ ਕਰ ਦਾਂਗੇ? ਉਹ ਕਹਿੰਦੇ ਵੀ ਤੁਸੀਂ ਆਓ, ਸਾਨੂੰ ਦੱਸੋ, ਹੱਲ ਕੱਢੋ, ਅਸੀਂ ਤੁਹਾਡਾ ਹੱਲ ਮੰਨ ਲਾਂਗੇ। ਉਹਦੇ 'ਚ ਸਾਰਾ ਕੁਝ ਆ ਗਿਆ। ਸੋ ਇਸ ਕਰਕੇ ਕਾਨੂੰਨ ਜਿਹੜਾ ਬਣਿਆ ਹੋਇਆ ਉਹਨੂੰ ਨਾ ਤਾਂ ਮੰਤਰੀ ਰੱਦ ਕਰ ਸਕਦਾ, ਨਾ ਪ੍ਰਧਾਨ ਮੰਤਰੀ ਰੱਦ ਕਰ ਸਕਦਾ, ਉਹ ਤਾਂ ਪਾਰਲੀਮੈਂਟ ਕਰ ਸਕਦੀ ਹੈ। ਜਾਂ ਉਹਦੀ ਥਾਂ 'ਤੇ ਨਵਾਂ ਕਾਨੂੰਨ ਆਵੇ। ਉਹ ਨਵੇਂ ਕਾਨੂੰਨ ਵਾਸਤੇ ਉਹ ਕਹਿੰਦੇ ਵੀ ਆਓ ਬਹਿ ਕੇ ਗੱਲ ਕਰੀਏ। ਗੱਲ ਕਰਨ ਨੂੰ ਕਿਸਾਨ ਤਿਆਰ ਨਹੀਂ, ਕਿਉਂਕਿ ਕੁਝ ਲੋਕਾਂ ਨੂੰ ਤਾਂ ਐਜੀਟੇਸ਼ਨ ਵੱਲ ਸ਼ੌਕ ਚੜ੍ਹਿਆ ਹੋਇਆ। ਕੁਝ ਇਹ ਵੀ ਇਹਨਾਂ ਨੂੰ ਦਰਅਸਲ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਜ਼ਿਆਦਾ ਚੱਕ ਦਿੱਤੀ, ਔਰ ਉਹ ਚੱਕ ਵੀ ਚੱਕ ਕੇ ਐਜੀਟੇਸ਼ਨ ਦੇ ਰਸਤੇ ਨੂੰ ਛੱਡ ਕੇ ਗੱਲਬਾਤ ਦੇ ਰਸਤੇ 'ਤੇ ਆਉਣਾ ਨਹੀਂ ਚਾਹੁੰਦੇ। ਔਰ ਤੁਸੀਂ ਦੇਖੋ ਵੀ ਜਿਹੜੇ ਹੁਣ ਘਰਾਓ ਵੀ ਹੁੰਦੇ ਆ, ਉਹਦੇ 'ਚ ਕੌਣ ਹੁੰਦਾ? ਕਿਸਾਨ ਨਹੀਂ ਹੁੰਦੇ। ਕਿਸਾਨ ਘਰਾਓ ਨਹੀਂ ਕਰੇਗਾ। ਪੰਜਾਬ ਦਾ ਕਿਸਾਨ ਬੜਾ ਡੋਸਾਈਲ ਹੈ, ਕੋਆਪਰੇਟਿਵ ਹੈ, ਮਿਹਨਤ ਕਰਨ ਵਾਲਾ ਹੈ, ਉਹ ਲੜਨ ਵਾਲਾ ਨਹੀਂ ਹੈ, ਲੜਦਾ ਨਹੀਂ ਹੈ। ਲੇਕਿਨ ਧਰਮ ਦੇ ਮਸਲੇ 'ਚ ਵੀ ਸਾਰੇ ਮਜ਼ਹਬਾਂ ਨੂੰ ਮੰਨਦਾ। ਜੇ ਜਨਮ ਅਸ਼ਟਮੀ ਹੋਊਗੀ ਤਾਂ ਵੀ ਉਹਨੇ ਮੰਦਿਰ 'ਚ ਜਾ ਕੇ ਆਟਾ ਦੇਣਾ, ਗੁੜ ਦੇਣਾ, ਕੀ ਦੇਣਾ, ਦੁੱਧ ਪਾ ਕੇ ਆਊਗਾ। ਜੇ ਆਪਣਾ ਗੁਰਪੁਰਬ ਹੈ ਤਾਂ ਗੁਰਦੁਆਰੇ 'ਚ ਦੇ ਕੇ ਆਉਣਾ। ਸੋ ਇਸ ਕਰਕੇ ਕਿਸਾਨ ਦੇ ਮਨ 'ਚ ਕੋਈ ਇੱਦਾਂ ਦੀ ਨਫ਼ਰਤ ਨਹੀਂ ਹੈ ਕਿ ਜਿਹਦੇ ਨਾਲ ਕੋਈ ਇਸ ਢੰਗ ਦੇ ਨਾਲ ਲੜਾਈ ਲੜੇ। ਕਿਸਾਨ ਨਹੀਂ ਹੈ ਇਹ, ਤੇ ਉਹ ਲੋਕ ਆ ਗਏ ਜਿਹੜੇ ਚਾਹੁੰਦੇ ਵੀ ਸਾਡੀ ਚੌਧਰ ਕਿਸ ਤਰ੍ਹਾਂ ਕਾਇਮ ਹੋ ਜਾਵੇ। ਪਰ ਤੁਹਾਡੇ ਜਿਹੜੇ ਪੰਜਾਬ ਨਾਲ ਸੰਬੰਧਿਤ ਬੀਜੇਪੀ ਦੇ ਕੁਝ ਮੰਤਰੀ ਨੇ, ਉਹ ਕਈ ਵਾਰ ਕਿਸਾਨ ਆਗੂ ਨੂੰ ਮਾਓਵਾਦੀ ਕਹਿ ਦਿੰਦੇ ਆ, ਵੱਖਵਾਦੀ ਕਹਿ ਦਿੰਦੇ ਆ, ਜਾਂ ਕਹਿ ਦਿੰਦੇ ਆ ਕਿ ਹਰੀਆਂ ਪੱਗਾਂ ਬੰਨ੍ਹ ਕੇ ਖਾਲਿਸਤਾਨੀਆਂ। ਇਹ ਜਿਹੜੇ ਬਿਆਨਬਾਜ਼ੀ ਇਹ ਵੀ ਖਰਾਬ ਕਰਦੀ ਮਾਹੌਲ। ਇਸ ਤਰ੍ਹਾਂ ਹੈ ਕਿ ਜਿਹੜਾ ਇਹਨਾਂ ਨੂੰ ਫਾਈਨਾਂਸ ਕੌਣ ਕਰ ਰਿਹਾ ਹੈ? ਦੇਖੋ ਵਿਦੇਸ਼ ਤੋਂ ਪੈਸਾ ਆ ਰਿਹਾ। ਇਹ ਜਿਹੜੇ ਬਾਰਡਰ 'ਤੇ ਲੋਕ ਬੈਠੇ ਉੱਤੇ ਜਿਹੜਾ ਮਾਲ ਖੁੱਲ੍ਹੇ ਵਿੱਤੇ, ਕਿਹਦੇ ਪੈਸੇ ਨਾਲ ਖੁੱਲ੍ਹੇ ਵਿੱਤੇ? ਤੁਹਾਡਾ ਪੈਸਾ ਤਾਂ ਮੇਰਾ ਪੈਸਾ ਤਾਂ ਨਹੀਂ। ਉਹ ਤਾਂ ਚਲੋ ਪੰਜਾਬੀ ਨੇ ਜਿਹੜੇ ਉੱਥੇ ਮਿਹਨਤ ਕਰਨ ਗਏ ਨੇ, ਪੰਜਾਬੀਆਂ ਦਾ ਖੁੱਲ੍ਹਾ ਸੁਭਾਅ, ਇੱਥੇ ਵੀ ਲੰਗਰ ਲਾ ਆਉਂਦੇ ਆ, ਉੱਥੋਂ ਵੀ ਪੈਸਾ ਗਿਆ, ਉਹ ਤਾਂ ਕੋਈ ਮੈਟਰ ਨਹੀਂ ਕਰਦਾ। ਲੰਗਰ ਲਗਾਉਣਾ ਇੱਕ ਅਲੱਗ ਗੱਲ ਹੈ। ਲੰਗਰ ਦੇ ਵਿੱਚ ਸ਼ਰਧਾ ਹੀ ਹੋ ਰਿਹਾ।
ਲੇਕਿਨ ਜਿਹੜੇ ਉੱਥੇ ਬੈਠੇ ਸਾਡੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹੈ, ਜਿਹੜੇ ਉੱਥੇ ਬੈਠੇ ਐਜੀਟੇਸ਼ਨ ਕਰ ਰਹੇ ਹੈ, ਉਹ ਸਾਰੇ ਉਹ ਹੈ ਜਿਹੜੇ ਪੰਜਾਬ ਨੂੰ ਔਰ ਹਿੰਦੁਸਤਾਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਉਹਨਾਂ ਲੱਗਿਆ ਵੀ ਕਿਸਾਨ ਐਜੀਟੇਸ਼ਨ ਹੋ ਰਿਹਾ ਤੇ ਅਸੀਂ ਵੀ ਆਪਣੀ ਬੋਲੀ ਬੋਲ ਦਈਏ। ਉਹਨਾਂ ਨੇ ਕਿਹਨਾਂ ਲੋਕਾਂ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ? ਜਿਹੜੇ ਐਂਟੀ ਨੈਸ਼ਨਲ ਐਕਟੀਵਿਟੀ 'ਚ ਪਕੜੇ ਹੋਏ ਥੇ, ਉਹਨਾਂ ਦੀਆਂ ਫੋਟੋਆਂ ਆਈਆਂ, ਸਾਹਮਣੇ ਆਇਆ ਸਾਰਾ ਕੁਝ। ਫਿਰ ਤੁਸੀਂ ਇਹ ਦੇਖੋ ਵੀ ਜਿਹੜਾ 26 ਜਨਵਰੀ ਨੇ ਉਤਾਗਰਾਹਾਂ ਗਰੁੱਪ ਨੇ ਕਿਹਾ ਸੀ, ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ, ਜਿਹੜੀ 26 ਜਨਵਰੀ ਨੂੰ ਹੋਇਆ, ਕਿਸਾਨਾਂ ਨੂੰ ਕਿਸਾਨ ਸਮਝ ਕੇ ਭਾਰਤ ਸਰਕਾਰ ਜਾਂ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਵੀ ਠੀਕ ਹੈ ਤੁਸੀਂ ਆਪਣੀ ਰੈਲੀ ਕਰ ਲਓ। ਲੇਕਿਨ ਰੈਲੀ ਕਰਦੇ ਕਰਦੇ ਕਿੱਥੇ ਪਹੁੰਚ ਗਏ? ਲਾਲ ਕਿਲੇ ਤੇ ਪਹੁੰਚ ਗਏ ਔਰ ਕੁਰਬਾਨਾ ਲੈ ਕਮਾਨੇ ਵੀ ਅਸੀਂ ਬਸ ਹੁਣ ਲਾਲ ਕਿਲਾ ਫਤਿਹ ਕਰ ਲਿਆ। ਔਰ ਜਿਹੜੀ ਉੱਥੇ ਪੁਲਿਸ ਦੀ ਉਹਨਾਂ ਨੂੰ ਕੁੱਟ-ਕੁੱਟ ਕੇ ਭਜਾਤਾ। ਇਹ ਤਾਂ ਗੱਲ ਹੁਣ ਸਾਫ਼ ਹੋ ਗਈ, ਕਿਸਾਨ ਮੰਨ ਕੇ ਚੱਲ ਰਹੇ ਨੇ ਕਿ ਜਾਂਚ ਦਾ ਵਿਸ਼ਾ ਹੈ ਕਿ ਜਾਣਬੁੱਝ ਕੇ ਕਿਸਾਨਾਂ ਦਾ ਜਿਹੜਾ ਮੂਵਮੈਂਟ ਨੂੰ ਖਰਾਬ ਕਰਨ ਵਾਸਤੇ ਲਾਲ ਕਿਲੇ ਵੱਲ ਕਹਿੰਦੇ ਦਿੱਲੀ ਪੁਲਿਸ ਨੇ ਉਧਰ ਨੂੰ ਜਿਹੜਾ ਜਿਹੜੀ ਪਰੇਡ ਸੀ ਉਹਦਾ ਮੂੰਹ ਕਰਤਾ। ਇਹ ਸਾਰੇ ਕਿਸਾਨ ਮੰਨ ਕੇ ਚੱਲ ਰਹੇ ਨੇ। ਦੇਖੋ ਮੁੰਡਾ ਮੇਰਾ ਚੋਰੀ ਕਰਨ ਜਾ ਰਿਹਾ, ਚੋਰੀ ਦਾ ਮਾਲ ਮੇਰੇ ਘਰ ਲੈ ਕੇ ਆ ਰਿਹਾ, ਤੇ ਮੈਂ ਕਿਹਾ ਜੀ ਮੇਰੇ ਮੁੰਡੇ ਨੇ ਚੋਰੀ ਨਹੀਂ ਕੀਤੀ ਤੇ ਪੁਲਿਸ ਨੇ ਜਾ ਕੇ ਮਾਲ ਰੱਖ ਦਿੱਤਾ। ਐਸਾ ਕਦੇ ਨਹੀਂ ਹੁੰਦਾ। ਉਹਨਾਂ ਨੂੰ ਪੁਲਿਸ ਨੇ ਰੋਕਿਆ ਲੇਕਿਨ ਉਹ ਨਹੀਂ ਰੁਕੇ। ਉਹ ਇੱਕ ਦਿਨ ਪਹਿਲੇ ਉਹ ਕਹਿ ਵੀ ਰਹੇ ਤੇ ਵੀ ਅਸੀਂ ਜਾਵਾਂਗੇ, ਬਾਕੀਆਂ ਨੇ ਤਾਂ ਕਿਹਾ ਅਸੀਂ ਨਹੀਂ ਜਾਵਾਂਗੇ। ਇੱਕ ਧੜਾ ਐਸਾ ਤਾਂ ਜਿਹੜਾ ਕਹਿੰਦਾ ਤਾਂ ਅਸੀਂ ਜ਼ਰੂਰ ਜਾਵਾਂਗੇ, ਲਾਲ ਕਿਲੇ ਤੇ ਜਾਵਾਂਗੇ। ਦੇ ਵਰ ਡਿਟਰਮਿੰਡ। ਉਹਨਾਂ ਦਾ ਫੈਸਲਾ ਕੌਣ ਗਲਤੀ ਵੀ ਉੱਥੇ ਜਾਣਾ ਹੈ। ਉਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਤੈਅਸ਼ੁਦਾ ਤਾਂ ਇਸ ਕਰਕੇ ਚਲੇ ਗਏ। ਇਹ ਕਹਿਣਾ ਕਿ ਪੁਲਿਸ ਨੇ ਭੇਜ ਦਿੱਤੇ, ਕੋਈ ਦੁਨੀਆ ਦਾ ਕੋਈ ਵੀ ਜਿਹੜਾ ਥੋੜ੍ਹਾ ਬਹੁਤ ਸਮਝ ਰੱਖਦਾ, ਮੈਂ ਬੜੇ ਸਮਝਦਾਰਾਂ ਦੀ ਗੱਲ ਨਹੀਂ ਕਰਦਾ, ਕੋਈ ਇਸ ਗੱਲ ਨੂੰ ਨਹੀਂ ਮੰਨੇਗਾ ਕਿ ਪੁਲਿਸ ਤਾਂ ਸਰਕਾਰ ਤਾਂ ਇੱਕੋ ਚੀਜ਼ ਹੈ ਵੀ ਉਹਨਾਂ ਨੇ ਆਪੇ ਭੇਜਤੇ, ਆਪੇ ਕੋ ਭੇਜੇਗਾ। ਇਹ ਗੱਲ ਖੈਰ ਮੈਂ ਵੀ ਮੰਨਦਾ ਵੀ ਇੱਕ ਗਰੁੱਪ ਸੀ ਜਿਹੜਾ ਇਹ ਪ੍ਰਾਪਤੀ ਮੰਨ ਕੇ ਚੱਲਦਾ ਸੀ ਕਿ ਲਾਲ ਕਿਲੇ ਤੇ ਉੱਤੇ ਝੰਡਾ ਚਲਾ ਦਿਓ ਕਿ ਅਸੀਂ ਸਾਡੀ ਜਿੱਤ ਹੋ ਜਾਏਗੀ। ਉਹਨਾਂ ਦਾ ਭਰਮ ਸੀ, ਉਹਦੇ ਨਾਲ ਕਿਸਾਨ ਮਸਲਾ ਨਹੀਂ ਹੱਲ ਹੋਣ ਲੱਗਿਆ। ਉਹ ਹੁਣ ਮੰਨ ਗਏ ਸਾਰੇ ਕਸੇ ਤੇ ਉਹ ਵੀ ਚਰਚਾ ਕਰਦੇ ਨੇ। ਇਹ ਵੀ ਸਾਡੀ ਗਲਤੀ ਹੈ, ਪਰ ਇਹ ਕਹਿਣਾ ਕਿ ਪੁਲਿਸ ਨੇ ਭੇਜ ਦਿੱਤਾ, ਨੋਬਡੀ ਵਿਲ ਐਕਸੈਪਟ। ਪੁਲਿਸ ਦਾ ਰੋਲ ਆ ਕਿਉਂਕਿ ਪਹਿਲਾਂ ਨਾਕੇ ਲਾਤੇ, ਜਿਹੜੇ ਪਾਸੇ ਦਾ ਰਸਤਾ ਦਿੱਤਾ ਸੀ ਦੂਜੇ ਪਾਸੇ ਵਾਲੇ ਰਸਤੇ ਖੋਲ੍ਹਤੇ। ਨਾਕੇ ਤੋੜ ਕੇ ਗਏ, ਜ਼ਬਰਦਸਤੀ ਤੋੜੇ ਔਰ ਤੋੜ ਕੇ ਬਾਕਾਇਦਾ ਉੱਤੇ ਕਿਰਪਾਨਾਂ ਘੁਮਾ ਕੇ ਗਏ। ਫਿਰ ਟਰੈਕਟਰ ਲੈ ਕੇ ਪੁਲਿਸ ਹੈੱਡਕੁਆਟਰ ਦੇ ਸਾਹਮਣੇ ਉੱਥੇ ਜਿਸ ਢੰਗ ਦੇ ਨਾਲ ਘੁੰਮਿਆ, ਉਹ ਵੀ ਪੁਲਿਸ ਨੇ ਕਿਹਾ ਵੀ ਤੁਸੀਂ ਘੁੰਮੋ, ਸਾਡੇ ਤੇ ਹਮਲੇ ਕਰੋ। ਇਹ ਐਸਾ ਨਹੀਂ ਹੈ। ਕੇਂਦਰ ਸਰਕਾਰ ਦੀ ਮਚਾ ਲੜਨ ਦੀ ਨਹੀਂ ਥੀ। ਅਗਰ ਹੁੰਦੀ ਤੁਸੀਂ ਸਾਹਮਣੇ ਵੀ ਲਾਲ ਕਿਲੇ 'ਚ ਵੜ ਸਕਦੇ। ਕਿਸਾਨਾਂ ਦੀ ਜਿਹੜੀ ਪਰੇਡ ਆ, ਜਿਹੜੀ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਰਹੀ, ਉਹ ਤਾਂ ਸਹੀ ਚੱਲ ਰਹੀ ਸੀ ਨਾ। ਉਹ 'ਤੇ ਫਿਰ ਸਵਾਲ ਕਿਉਂ ਖੜੇ ਹੁੰਦੇ? ਜੇ ਅਸੀਂ ਸਾਰੇ ਮਿਲ ਕੇ ਪਰੇਡ ਕਰ ਰਹੇ ਹਾਂ, ਅਗਰ ਸਾਡੇ 'ਚੋਂ 10 ਬੰਦੇ ਉੱਧਰ ਚਲ ਜਾਣ, ਜ਼ਿੰਮੇਵਾਰੀ ਤਾਂ ਪ੍ਰਬੰਧਕਾਂ ਦੀ ਹੈ। ਉਹ 10 ਵੀ ਕਿਉਂ ਗਏ? ਔਰ ਜਾ ਕੇ ਇਹ ਨਹੀਂ ਵੀ ਇਕੱਲੇ ਗਏ, ਜਾ ਕੇ ਉੱਥੇ ਰੁਕ ਜਾਂਦੇ ਤਾਂ ਵੀ ਸਮਝ ਆਉਂਦੀ ਸੀ। ਲਾਲ ਕਿਲੇ ਦਾ ਗੇਟ ਐਂਟਰੀ ਕਰਕੇ ਅੰਦਰ ਜਾ ਕੇ ਜਿੱਥੇ ਝੰਡੇ ਚੜੇ ਉੱਤੇ ਪਹੁੰਚ ਕੇ ਫਿਰ ਝੰਡੇ ਚੜਾ ਕੇ ਉੱਤੇ ਕਿਰਪਾਨਾਂ ਘੁਮਾਉਣਾ, ਘੋੜਿਆਂ ਦੇ ਉੱਤੇ ਜਿਹੜੇ ਚੜੇ ਵੇ ਤੇ ਉਹ ਕਹਿੰਦੇ ਆਓ ਕਿਹੜਾ ਨੂੰ ਤਿਆਰ ਹੈ, ਤਲਵਾਰਾਂ ਲੈ ਕੇ ਫਿਰਨਾ, ਇਹ ਸਮਝਦਾਰੀ ਦੀ ਗੱਲ ਨਹੀਂ ਸੀ। ਇਸ ਨੇ ਕਿਸਾਨਾਂ ਦੇ ਐਜੀਟੇਸ਼ਨ ਵੀ ਸੱਟ ਲਾਈ ਹੈ, ਇਸ ਨੇ ਦੇਸ਼ ਦੀ ਇੱਜ਼ਤ ਨੂੰ ਵੀ ਸੱਟ ਲਾਈ ਹੈ, ਇਸ ਨੇ ਦੇਸ਼ ਦੀ ਜੋ ਏਕਤਾ ਇਕਜਹਿਤੀ ਨੂੰ ਵੀ ਚੈਲੰਜ ਕੀਤਾ। ਔਰ ਉਹਨਾਂ ਨੇ ਲਾਲ ਕਿਲੇ 'ਤੇ ਝੰਡਾ ਚੜਾਉਣਾ ਜਿਹੜਾ ਇਹ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ। ਸੁਭਾਸ਼ ਬਾਬੂ ਵੀ ਜਦੋਂ ਚੱਲੇ ਸੀ, ਉਹਨਾਂ ਨੂੰ ਕਿਹਾ ਤਾਂ ਵੀ ਲਾਲ ਕਿਲੇ 'ਤੇ ਝੰਡਾ ਚੜਾਵਾਂਗੇ ਜਾ ਕੇ। ਲਾਲ ਕਿਲੇ 'ਤੇ ਆਜ਼ਾਦੀ ਦਾ ਝੰਡਾ ਜਾਂ 26 ਜਨਵਰੀ ਦਾ ਝੰਡਾ ਜਾਂ 15 ਅਗਸਤ 1947 ਨੂੰ ਝੰਡਾ ਰਾਸ਼ਟਰਪਤੀ ਭਵਨ 'ਤੇ ਨਹੀਂ ਤਾਂ ਚੜਿਆ, ਸੈਕਟਰੀਏਟ 'ਤੇ ਤਾਂ ਜਿਹੜਾ ਲਾਲ ਕਿਲੇ 'ਤੇ ਚੜਿਆ ਤਾਂ, ਕਿਉਂਕਿ ਲਾਲ ਕਿਲੇ ਤੋਂ ਕੱਢਿਆ ਗਿਆ ਤਾਂ ਸਾਨੂੰ। ਔਰ ਲਾਲ ਕਿਲੇ 'ਤੇ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਗਿਆ ਤਾਂ ਵੀ ਹੁਣ ਹਿੰਦੁਸਤਾਨ ਸਾਡੇ ਕਬਜ਼ੇ 'ਚ ਆ ਗਿਆ। ਤਾਂ ਲਾਲ ਕਿਲੇ 'ਤੇ ਝੰਡਾ ਚੜਾਉਣਾ ਹਿੰਦੁਸਤਾਨ ਦੀ ਇਕਜਹਿਤੀ, ਆਜ਼ਾਦੀ ਔਰ ਵਿਧਾਨ ਦੇ ਰਾਜ ਦਾ ਪ੍ਰਤੀਕ ਹੈ। ਮਿੱਤਰ ਸਾਹਿਬ, ਇਹ ਸਾਰੇ ਮਾਹੌਲ 'ਚੋਂ ਜਿਹੜੇ ਬੀਜੇਪੀ ਪੰਜਾਬ ਦੇ ਆਗੂ ਨੇ ਉਹ ਇੱਕ ਮਾਨਸਿਕ ਪੀੜਾ ਵਿੱਚੋਂ ਗੁਜ਼ਰ ਰਹੇ ਨੇ, ਕਿਉਂਕਿ ਉਹਨਾਂ 'ਤੇ ਅਟੈਕ ਵੀ ਕੀਤੇ ਜਾਂਦੇ ਨੇ, ਉਹਨਾਂ ਦੀ ਬੇਇੱਜ਼ਤੀ ਵੀ ਕੀਤੀ ਜਾਂਦੀ ਹੈ ਜੋ ਗਲਤ ਹੈ, ਹੋਣੀ ਨਹੀਂ ਚਾਹੀਦੀ। ਸਾਰੇ ਇਹਨੂੰ ਬੁਰਾ ਮੰਨਦੇ ਆ ਕਿ ਗਲਤ ਗੱਲ ਹੈ। ਕਿਸੇ ਵਿਧਾਇਕ ਦੇ ਕੱਪੜੇ ਪਾੜਨੇ, ਚਾਹੇ ਵਿਧਾਇਕ ਨਾ ਵੀ ਹੋਵੇ, ਆਮ ਬੰਦੇ ਦੇ ਵੀ ਕੱਪੜੇ ਪਾੜਨੇ, ਇਹ ਗਲਤ ਹੈ। ਇਹ ਮਾੜੇ ਪਾਸੇ ਨੂੰ ਲਿਜਾਇਆ ਜਾ ਰਿਹਾ ਸੰਘਰਸ਼ ਨੂੰ। ਇਹ ਸਿਆਸਤ 'ਤੇ ਕੀ ਅਸਰ ਦੇਖਦੇ ਹੋ? ਬੀਜੇਪੀ ਦੀ ਜਿਹੜੀ ਪੰਜਾਬ ਦੀ ਸਿਆਸਤ ਹੈ, ਇਸ ਅੰਦੋਲਨ ਦਾ ਕੀ ਅਸਰ ਤੁਹਾਨੂੰ ਨਜ਼ਰ ਆ ਰਿਹਾ? ਦੇਖੋ ਗੱਲ ਹੈ ਵੀ ਇੱਥੇ ਬੜੇ ਐਜੀਟੇਸ਼ਨ ਹੋਇਆ ਪੰਜਾਬ 'ਚ। ਪੰਜਾਬੀ ਸੂਬਾ ਐਜੀਟੇਸ਼ਨ ਹੋਇਆ, ਹਿੰਦੀ ਐਜੀਟੇਸ਼ਨ ਹੋਇਆ, ਮਹਾਂ ਪੰਜਾਬ ਮੂਵਮੈਂਟ ਚੱਲੀ, ਬੜੇ ਐਜੀਟੇਸ਼ਨ ਹੋਏ। ਲੇਕਿਨ ਉਦੋਂ ਇੱਕ ਦੂਏ ਦੇ ਦਾੜੀ ਪੱਟਣਾ, ਇੱਕ ਦੂਏ ਦੇ ਕੱਪੜੇ ਪਾੜਨਾ,
ਸੋਸ਼ਲ ਰਿਲੇਸ਼ਨ ਖਰਾਬ ਨਹੀਂ ਸੀ ਹੋਇਆ। ਹੁਣ ਜਿਹੜਾ ਹੈ ਇਹ ਜਿਹੜਾ ਕਿਸਾਨ ਐਜੀਟੇਸ਼ਨ ਹੈ, ਇਹਦੇ ਮੈਂ ਹੁਣ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਕਿ ਇਸ ਐਜੀਟੇਸ਼ਨ ਨੂੰ ਪੀਸਫੁਲ ਰੱਖਣ, ਇਸ ਐਜੀਟੇਸ਼ਨ ਨੂੰ ਜ਼ਾਤੀ ਤੌਰ ਤੇ ਹਮਲੇ ਕਰਨ ਤੇ ਨਾ। ਜਿਹੜਾ ਇਹਨਾਂ ਨੇ ਹੁਣ ਇਹ ਕਿਹਾ ਅਸੀਂ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ, ਇਹਨਾਂ ਨੂੰ ਵਿਆਹ ਤੇ ਨਾ ਬੁਲਾਓ, ਇਹਨਾਂ ਨੂੰ ਭੋਗ ਤੇ ਨਾ ਬੁਲਾਓ, ਇਹ ਇੱਕ ਬਹੁਤ ਹੀ ਘਟੀਆ ਕਿਸਮ ਦੀ ਹਰਕਤ ਹੈ। ਜੇ ਤੁਹਾਨੂੰ ਅਧਿਕਾਰ ਹੈ, ਅਸੀਂ ਕਹਿੰਦੇ ਵਿਧਾਨ ਨੇ ਅਧਿਕਾਰ ਦਿੱਤਾ, ਤੁਸੀਂ ਐਜੀਟੇਸ਼ਨ ਕਰੋ, ਤਾਂ ਮੈਨੂੰ ਵੀ ਅਧਿਕਾਰ ਹੈ ਮੈਂ ਆਪਣੀ ਰਾਏ ਰੱਖਾਂ। ਜੇ ਮੈਂ ਆਪਣੀ ਰਾਏ ਰੱਖਾਂ ਤਾਂ ਕਹਿੰਦੇ ਅਸੀਂ ਤੁਹਾਨੂੰ ਬੋਲਣ ਨਹੀਂ ਦੇਣਾ, ਇਹ ਜਮਹੂਰੀ ਦਾ ਢੰਗ ਨਹੀਂ ਹੈ। ਇਸ ਕਰਕੇ ਲੋਕ ਕਹਿੰਦੇ ਵੀ ਇਹ ਜਿਹੜਾ ਐਲੀਮੈਂਟ ਇਹਨਾਂ ਦੇ ਵਿੱਚ ਆ ਗਿਆ ਉਹ ਜਮਹੂਰੀਅਤ ਐਲੀਮੈਂਟ ਨਹੀਂ ਹੈ। ਉਹ ਜਿਹੜੇ ਸਿੱਖ ਫਾਰ ਜਸਟਿਸ ਵਾਲੇ ਹੈ ਉਹ ਵੀ ਇਹਨਾਂ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਹੈ, ਜਿਹੜੇ ਪਾਕਿਸਤਾਨ 'ਚ ਐਂਟੀ ਇੰਡੀਅਨ ਐਕਟੀਵਿਟੀ ਕਰਦੇ ਉਹ ਵੀ ਇਹਨਾਂ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਹੈ, ਉਹ ਵੀ ਇਹਨਾਂ ਦੇ ਹੱਕ ਦੀ ਗੱਲ ਕਰਦੇ ਹੈ। ਜਿਹੜੇ ਵਿਦੇਸ਼ਾਂ 'ਚ ਹੋਰ ਬਹੁਤ ਸਾਰੇ ਲੋਕ ਐਸੇ ਬੈਠੇ ਹੈ ਜਿਹੜੇ ਹਿੰਦੁਸਤਾਨ ਨੂੰ ਤੋੜਨ ਦੀ ਸਾਜ਼ਿਸ਼ਾਂ ਕਰਦੇ ਹੈ, ਉਹ ਵੀ ਇਹਨਾਂ ਨੂੰ ਸਪੋਰਟ ਕਰ ਰਹੇ ਹੈ। ਪਰ 32 ਕਿਸਾਨ ਜਥੇਬੰਦੀ ਦਾ ਚੈੱਕ ਜ਼ਰੂਰ ਆ, ਸਟੇਜ ਦੇ ਉੱਤੇ ਸਿਆਸੀ ਬੰਦਾ ਨਹੀਂ ਬੋਲ ਸਕਦਾ, ਕੋਈ ਹੋਰ ਦੇਸ਼ ਨੂੰ ਤੋੜਨ ਵਾਲੇ ਭਾਸ਼ਣ ਨਹੀਂ ਦਿੱਤੇ ਜਾ ਸਕਦੇ, ਉਹ ਕਹਿੰਦੇ ਕਿਸਾਨੀ ਮਸਲੇ ਤੇ ਬੋਲੋ। ਦੇਖੋ ਉਹਨਾਂ ਜਥੇਬੰਦੀਆਂ ਦਾ ਬਿਲਕੁਲ ਚੈੱਕ ਹੈ ਵੀ ਸਟੇਜ 'ਤੇ ਨਹੀਂ ਬੋਲਣ ਦਿੰਦੇ, ਪਰ ਜਿਹੜੇ ਬਾਹਰ ਬੋਲਨੇ ਉਹਨਾਂ ਨੂੰ ਤਾਂ ਨਹੀਂ ਉਹਨਾਂ ਨੇ ਡਿਸਓਨ ਕੀਤਾ। ਉਹਨਾਂ ਤਾਂ ਕਹਿੰਦੇ ਵੀ ਇਹ ਸਾਡਾ ਵਿਚਾਰ ਨਹੀਂ ਹੈ, ਅਸੀਂ ਇਹਨਾਂ ਦੀ ਕੋਈ ਰਾਏ ਲੈਣ ਨੂੰ ਤਿਆਰ ਨਹੀਂ, ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਦੋਂ ਤਾਂ ਫਿਰ ਜਕਾਰਾ ਸਾਰੇ ਛੱਡਦੇ। ਕੋਈ ਇੱਦਾਂ ਨਹੀਂ ਬੋਲਦੇ ਕਿ ਦੇਸ਼ ਨੂੰ ਤੋੜਨਾ ਜਾਂ ਵੀ ਖਾਲਿਸਤਾਨ ਬਣਾਉਣਾ, ਸਿੱਧਾ ਨਹੀਂ ਬੋਲਦੇ, ਉਹ ਪੰਜਾਬ ਦੇ ਵਾਧੇ ਅਧਿਕਾਰਾਂ ਦੀ ਗੱਲ ਜ਼ਰੂਰ ਕਰਦੇ। ਨਹੀਂ ਹੁੰਦਾ, ਬੋਲਣੇ 'ਚ ਫਰਕ ਹੈ। ਬੋਲਦਾ ਤਾਂ ਮੈਂ ਵੀ ਪਿਆ, ਤੁਸੀਂ ਵੀ ਸੁਣ ਰਹੇ ਹੈ। ਸਵਾਲ ਇਹ ਹੁੰਦਾ ਹੈ ਕਿ ਵੀ ਜਿਹੜਾ ਇਹ ਬੋਲਣ ਦੀ ਗੱਲ ਤੁਸੀਂ ਕਰਦੇ ਹੋ ਨਾ, ਹੁਣ ਮਮਤਾ ਬਨਰਜੀ ਨੇ ਕਹਿਤਾ ਵੀ ਆਪਣੀਆਂ ਮਹਿਲਾਵਾਂ ਸਪੋਰਟਰਾਂ ਨੂੰ ਵੀ ਜਿਹੜੀ CRP ਦੇ ਜਵਾਨ ਆਉਂਦੇ ਉਹਨਾਂ ਨੂੰ ਘੇਰ ਲਓ। ਮੈਂ ਇਹਨਾਂ ਨੂੰ ਨਹੀਂ ਮੰਨਦੀ, ਇਹ BJP ਦੀ CRP BJP ਦੀ ਹੈ, CRP ਦੇਸ਼ ਦੀ ਹੈ। ਇੱਕ ਵਾਰ ਕਹਿੰਦੀ ਬਹੁਤ 22 ਸ਼ਹੀਦ ਹੋ ਗਏ, ਉਹ ਕਿਹਦੇ ਵਾਸਤੇ? ਜ਼ਮੀਨ ਵਾਸਤੇ ਸ਼ਹੀਦ ਹੋਏ, ਦੇਸ਼ ਵਾਸਤੇ ਸ਼ਹੀਦ ਹੋਏ। ਸੋ ਇਸ ਕਰਕੇ ਇਹ ਅਸੀਂ ਕਿਆ ਬੋਲਦੇ ਹਾਂ, ਉਹਦਾ ਕਿਆ ਅਰਥ ਨਿਕਲਦਾ ਉਹ ਦੇਖਣ ਦੀ ਲੋੜ ਹੈ। ਇਹ ਹੁਣ ਸੈਡੀਸ਼ਨ ਨਹੀਂ ਹੈਗਾ, ਦੇਸ਼ ਦੇ ਖਿਲਾਫ ਭੜਕਾ ਨਹੀਂ ਕਰਨਾ ਦੀ ਗੱਲ, ਜਿਹੜਾ ਉਹਨੇ ਕਿਹਾ ਵੀ CRP ਦੇ ਜਵਾਨਾਂ ਨੂੰ ਘੇਰ ਲਓ। ਸੋ ਇਸ ਕਰਕੇ ਇਹ ਕਹਿਣਾ ਵੀ ਅਸੀਂ ਤਾਂ ਜੀ ਦੇਸ਼ ਦੇ ਖਿਲਾਫ ਨਹੀਂ ਬੋਲਦੇ, ਤੁਹਾਡੇ ਐਕਸ਼ਨ ਕਿਆ ਹੈ, ਤੁਸੀਂ ਕਾਰਵਾਈ ਕੀ ਮੰਗ ਰਹੇ ਹੈ? ਅਸੀਂ UNO 'ਚ ਜਾਵਾਂਗੇ, ਉਹ ਕਿਸਾਨਾਂ ਦਾ ਮਸਲਾ ਪੰਜਾਬ ਦਾ ਮਸਲਾ ਜਾਂ ਦੇਸ਼ ਦਾ ਮਸਲਾ, UNO ਫੈਸਲਾ ਕਰੂਗਾ ਇਹਦਾ। ਸੋ ਇਹ ਗੱਲਾਂ ਜਿਹੜੀਆਂ ਕਰਨੀਆਂ ਇਹ ਦੇਸ਼ ਦੇ ਵਿਧਾਨ ਨੂੰ ਤੋੜ ਕੇ ਅੱਗੇ ਚੱਲਣ ਦੀਆਂ ਗੱਲਾਂ। 26 ਜਨਵਰੀ ਨੂੰ ਜਾ ਕੇ ਝੰਡਾ ਚੜ੍ਹਾਉਣਾ ਇਹ ਵਿਧਾਨ ਦੀ ਗੱਲ ਹੈ, ਇਹ ਦੇਸ਼ ਨੂੰ ਚੈਲੰਜ ਕਰਨ ਦੀ ਗੱਲ ਹੈ। ਤਾਂ ਠੀਕ ਹੈ, ਮੋਦੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ, ਉਸ ਦੇ ਉੱਤੇ ਕੋਈ ਪੁਲਿਸ ਜਾਂ ਫੋਰਸ ਭੇਜ ਕੇ ਕੋਈ ਗੋਲੀਆਂ ਨਹੀਂ ਚਲਾਈਆਂ, ਕਿਉਂਕਿ ਮਨਸ਼ਾ ਨੀਤੀ ਵੀ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਮਾਰਿਆ ਜਾਵੇ। ਅਗਰ ਉੱਤੇ ਗੋਲੀਆਂ ਚੱਲ ਜਾਂਦੀ ਕਿੰਨਾ ਨੁਕਸਾਨ ਹੁੰਦਾ। ਹਾਲੇ ਤਾਂ ਸਾਨੂੰ 84 ਨਹੀਂ ਭੁੱਲਿਆ, 84 ਦੇ ਵਿੱਚ ਕਿੰਨੇ ਲੋਕ ਮਾਰੇ ਗਏ, ਅਸੀਂ ਉਹਨੂੰ ਵੀ ਕੰਡੈਮ ਕਰਦੇ ਹਾਂ। ਲੇਕਿਨ ਇੱਥੇ ਤਾਂ ਮਲੇ ਨਹੀਂ ਹੈ ਵੀ ਜੇ ਸਰਕਾਰ ਨਰਮ ਹੈ ਤਾਂ ਵੀ ਜਿਹੜਾ ਮਰਜ਼ੀ ਉੱਤੇ ਚੜ੍ਹ ਜਾਵੇ ਜਾ ਕੇ। ਸੋ ਇਸ ਕਰਕੇ ਸਾਡੀ ਕੋਈ ਮਨਸ਼ਾ ਡਰਾਉਣ ਦੀ ਨਹੀਂ ਹੈ, ਕੋਈ ਮਨਸ਼ਾ ਸਾਡੀ ਲੜਨ ਦੀ ਨਹੀਂ ਹੈ, ਕੋਈ ਮਨਸ਼ਾ ਗੋਲੀ ਚਲਾਉਣ ਦੀ ਨਹੀਂ ਹੈ, ਕੋਈ ਲਾਠੀਆਂ ਚਲਾਉਣ ਦੀ ਨਹੀਂ ਹੈ, ਕੋਈ ਕੁਝ ਕਰਨ ਦੀ ਨਹੀਂ ਹੈ। ਅਸੀਂ ਚਾਹੁੰਦੇ ਵੀ ਪੀਸਫੁਲੀ ਜੋ ਤੁਹਾਡੀ ਡਿਮਾਂਡ ਲਿਆਓ, ਅਸੀਂ ਸੁਣਨ ਨੂੰ ਤਿਆਰ ਹਾਂ। ਮਿੱਤਰ ਸਾਹਿਬ, ਪੰਜਾਬ ਦੇ ਬਹੁਤੇ ਲੋਕੀ, ਜਿਹੜੇ ਪੰਜਾਬ ਹਰਿਆਣਾ ਦੇ ਬਹੁਤੇ ਲੋਕੀ ਉਹ ਕਹਿ ਰਿਹਾ ਕਿ ਕਾਨੂੰਨ ਲਿਆਉਣ ਦੀ ਲੋੜ ਨਹੀਂ ਸੀ, ਇਹ ਵਾਧੂ ਦੇ ਪੰਗਾ ਖੜਾ ਕਰਤਾ। ਤੁਸੀਂ ਇਹ ਕਹਿ ਰਹੇ ਨਾ ਕਿ ਪੰਜਾਬ ਦੇ ਲੋਕ ਬੜੇ ਸਤਾਏ ਹੋਏ ਹੈ BJP ਦੇ ਲੋਕ ਮੁਕਾਬਲਾ ਕਰਨ ਨੂੰ ਤਿਆਰ ਹੈ, ਕੋਈ ਦਿੱਕਤ ਨਹੀਂ ਹੈ। ਅਸੀਂ ਇੰਨੇ ਐਜੀਟੇਸ਼ਨ ਲੜੇ, ਇਹ ਵੀ ਲੜ ਲਾਂਗੇ। ਲੇਕਿਨ ਜਿਸ ਢੰਗ ਦੇ ਨਾਲ ਇਹ ਕੰਮ ਕਰ ਰਹੇ ਹੈ, ਅਗਰ ਸਰਕਾਰ ਸਖਤੀ ਕਰੇਗੀ ਤਾਂ ਫਿਰ ਇਹ ਕਹਿਣਗੇ ਦੇਖੋ ਸਾਡੇ 'ਤੇ ਸਰਕਾਰ ਸਖਤੀ ਕਰ ਰਹੀ ਹੈ। ਪਰ ਇੱਥੇ ਤਾਂ ਕੌਣ ਕਰਾ ਰਿਹਾ? ਇਹ ਕਿਸਾਨ ਨਹੀਂ ਕਰ ਰਿਹਾ, ਇਹ ਕਾਂਗਰਸ ਕਰਵਾ ਰਹੀ ਹੈ। ਇਹ ਕਿਉਂਕਿ ਇਹ ਸਾਰਿਆਂ ਨੂੰ ਖਤਰਾ ਵੀ ਜੇ BJP ਅੱਗੇ ਆ ਗਈ ਸਾਡੀ ਸਰਕਾਰ ਖੁੱਸ ਜਾਣੀ ਹੈ। ਕਾਂਗਰਸ ਨੂੰ ਤਾਂ ਲੋਕ ਕਾਂਗਰਸ ਤੋਂ ਤਾਂ ਦੁਖੀ ਹੈ, ਹੋਰ ਕੋਈ ਪਾਰਟੀ ਲੜਨ ਨੂੰ ਤਿਆਰ ਨਹੀਂ, ਲੜਨਗੇ ਵੀ ਉਹਨਾਂ ਦੇ ਪੈਰ ਨਹੀਂ ਹੈ। ਜੇ ਸਿਆਸੀ ਧਿਰਾਂ ਤੁਹਾਡੇ ਵਿਰੋਧੀ, ਖਾਸ ਕਰਕੇ ਕਾਂਗਰਸ, ਇਹਦਾ ਸਿਆਸੀ ਲਾਹਾ ਨਾ ਲਵੇ ਕਿਸਾਨੀ ਅੰਦੋਲਨ ਦਾ, ਫਿਰ ਇਹਦਾ ਸਾਰਥਕ ਹੱਲ ਲੱਭ ਲੈਣਾ ਚਾਹੀਦਾ। ਤੁਹਾਨੂੰ ਵੀ ਭੂਮਿਕਾ ਸਹੀ ਨਿਭਾ ਲੈਣੀ ਚਾਹੀਦੀ। ਲੱਭ ਰਹੇ ਹਾਂ, ਅਸੀਂ ਤਾਂ ਲੱਭਦੇ ਹਾਂ, ਉਹ ਕਿਸਾਨ ਵੀ ਤਿਆਰ ਹੈ, ਪਰ ਉਹ ਕਹਿੰਦੇ ਵੀ ਜਿਹੜੇ ਪਿੱਛੇ ਲੱਗੇ ਉਹ ਨਹੀਂ ਨਾ ਮੰਨਣ ਦਿੰਦੇ। ਪਰ ਸ਼ੁਰੂਆਤ ਕਰਨੀ ਪੈਣੀ ਹੈ ਨਾ, ਸ਼ੁਰੂਆਤ ਤੁਹਾਨੂੰ ਲੱਗਦਾ ਕਿ ਪੱਛਮੀ ਬੰਗਾਲ ਦੇ ਰਿਜ਼ਲਟ ਤੋਂ ਬਾਅਦ ਆ ਜਾਏਗੀ? ਮੈਂ ਕਹਿੰਦਾ ਚੱਲਣ, ਦੁਬਾਰਾ ਬੈਠੋ,
ਤਿਆਰ ਹੈ, ਸਰਕਾਰ ਵੱਲੋਂ ਕੋਈ ਨਾ ਨਹੀਂ ਹੈ। ਸਰਕਾਰ ਤਾਂ ਬੈਠਣ ਨੂੰ ਤਿਆਰ ਹੈ, ਉਹ ਕਹਿੰਦੇ ਲਿਆਓ ਹੱਲ ਲਿਆਓ, ਤੁਸੀਂ ਦਿਓ ਆਪਣੇ ਬੰਦੇ, ਕਿਹੜੇ ਤੁਹਾਡੇ ਐਕਸਪਰਟ ਹੈ। ਅਗਰ ਜੇ ਝਗੜਾ ਪੈ ਜਾਵੇ ਤਾਂ 4 ਬੰਦੇ ਪੰਚਾਇਤ ਦੇ ਹੀ ਬਹਿ ਕੇ ਫੈਸਲਾ ਕਰਾਉਂਦੇ ਆ, ਉਹ ਦੋਨਾਂ ਦੇ ਕਾਗਜ਼ ਦੇਖਣਗੇ, ਜਿਹੜਾ ਠੀਕ ਲੱਗੂ ਉਹਨੂੰ ਕਰ ਦੇਣਗੇ। ਸੋ ਪੰਚਾਇਤ ਸ਼ਬਦ ਜਿਹੜਾ ਪੰਜਾਬ ਦਾ ਹੈ, ਗੁਰੂ ਸਾਹਿਬ ਨੇ ਵੀ 5 ਪਿਆਰੇ ਇਸੇ ਕਰਕੇ ਬਣਾਏ ਤੇ ਉਹਨਾਂ ਨੇ 4 ਦੀ ਜਾਂ 5 ਤਖਤ ਵੀ ਇਸੇ ਕਰਕੇ ਬਣਾਏ ਵੀ ਤਾਂ ਕਿ ਜੇ ਕੋਈ ਝਗੜਾ ਪੈ ਜਾਵੇ ਤਾਂ 5 ਤਖਤਾਂ ਦੇ ਜਥੇਦਾਰ ਬਹਿ ਕੇ ਫੈਸਲਾ ਕਰਾਂਗੇ। ਔਰ ਮੈਂ ਸੁਪਰੀਮ ਬਣਾਤਾ ਅਕਾਲ ਤਖਤ ਨੂੰ। ਸੋ ਇਹ ਸਾਰਾ ਸਾਡੇ ਤਾਂ ਪੰਚਾਂ ਦਾ ਰਿਵਾਜ ਅੱਜ ਤੇ ਨਹੀਂ ਹੈ, ਜਦ ਤੋਂ ਸਮਾਜ ਚੱਲੇ ਉਦੋਂ ਤੇ ਹੈਗਾ। ਪੰਚਾਇਤ ਬੈਠੇਗੀ, ਪੰਚਾਇਤ ਦਾ ਮਤਲਬ ਸਰਕਾਰ ਦੇ ਆਦਮੀ ਤੇ ਕਿਸਾਨਾਂ ਦੇ ਬੈਠ ਜਾਣ, ਹੱਲ ਕਰਨ ਨੂੰ ਤਿਆਰ ਹੈ। ਅਸੀਂ ਇਹ ਤਾਂ ਕਦੇ ਵੀ ਨਹੀਂ ਕਿਹਾ ਵੀ ਅਸੀਂ ਤੁਹਾਡੀ ਗੱਲ ਨਹੀਂ ਸੁਣਨ ਨੂੰ ਤਿਆਰ। ਪ੍ਰਭਾਵ ਬਣ ਗਿਆ ਕਿ ਬੀਜੇਪੀ ਦੇ ਵੱਡੇ ਆਗੂ ਪੱਛਮੀ ਬੰਗਾਲ ਦੀ ਚੋਣ ਵਿੱਚ ਜ਼ਿਆਦਾ ਹੀ ਮਤਲਬ ਰੁੱਝ ਗਏ। ਚਾਹੀਦਾ ਕਹਿੰਦੇ ਇਹ ਸੀ ਕਿ ਇੱਕ ਅੱਧਾ ਮੰਤਰੀ ਇੱਥੇ ਕਿਸਾਨਾਂ ਨਾਲ ਵੀ ਗੱਲਬਾਤ ਕਰਦਾ ਰਹਿੰਦਾ, ਕੋਈ ਹੱਲ ਲੱਭਦੇ। ਕਹਿੰਦੇ ਵੋਟਾਂ ਦੀ ਰਾਜਨੀਤੀ ਪਹਿਲਾਂ ਹੋ ਗਈ, ਕਿਸਾਨਾਂ ਦਾ ਪੱਖ ਨਹੀਂ ਨਜ਼ਰ ਆ ਰਿਹਾ ਬੀਜੇਪੀ ਨੂੰ। ਸਾਡੀ ਤਾਂ ਉਹਨਾਂ ਨੂੰ ਰੋਟੀ ਵੀ ਨਜ਼ਰ ਆਉਂਦੀ ਵੀ ਕਿਉਂ ਖਾ ਰਹੇ ਆ, ਉਹ ਕਹਿੰਦੇ ਵੀ ਰੋਟੀ ਕਿਉਂ ਖਾ ਰਹੇ ਆ। ਬਈ ਤੁਸੀਂ ਦੱਸੋ ਵੀ ਇੱਕ ਸੂਬੇ 'ਚ ਇਲੈਕਸ਼ਨ ਹੋ ਰਿਹਾ, ਸਾਡੇ ਵਾਸਤੇ ਚੈਲੰਜ ਹੈ। ਅਸੀਂ ਉੱਥੇ ਇਲੈਕਸ਼ਨ ਲੜਨ ਵਾਸਤੇ ਅਗਰ ਗਏ ਤਾਂ ਨਹੀਂ ਕਿਹਾ ਸੀ ਵੀ ਦਿੱਲੀ ਨਹੀਂ ਆਵਾਂਗੇ। ਇਹ ਉੱਥੇ ਗਏ ਬੀਜੇਪੀ ਦਾ ਵਿਰੋਧ ਕਰਨ ਵਾਸਤੇ ਕਿ ਬੀਜੇਪੀ ਨੂੰ ਨਾ ਵੋਟ ਪਾਓ, ਉਹ ਤੁਹਾਡੀ ਲੜਾਈ ਕਿਸਾਨਾਂ ਦੀ ਹੈ। ਤੁਸੀਂ ਬੰਗਾਲ 'ਚ ਕਿੱਥੇ ਚਲੇ ਗਏ ਵੋਟਾਂ ਮੰਗਣ? ਕਹਿੰਦੇ ਅਸੀਂ ਬੰਗਾਲ ਵੀ ਜਾਵਾਂਗੇ, ਕਰਨਾਟਕ ਵੀ ਜਾਵਾਂਗੇ, ਮਹਾਰਾਸ਼ਟਰ ਵੀ ਜਾਵਾਂਗੇ। ਅਗਰ ਬੀਬੀ ਨੂੰ ਹੀ ਕਹਿਣਾ ਹੈ ਵੀ ਮਹਾਰਾਜ ਤੁਸੀਂ ਜਾਓ ਵਾਪਸ, ਤੁਸੀਂ ਕਿਸਾਨਾਂ ਦਾ ਮੁੱਦਾ ਕਿਉਂ ਉਠਾਇਆ? ਤੁਸੀਂ ਤਾਂ ਬੀਜੇਪੀ ਦੀ ਮਦਦ 'ਤੇ ਆ ਗਏ। ਕਿ ਜੋ ਗੱਲਾਂ ਉਹਨਾਂ ਨੇ ਕਹੀਆਂ ਉਹ ਤਾਂ ਬੀਜੇਪੀ ਆਲਰੇਡੀ ਕਰ ਰਹੀ ਹੈ, ਬਲਕਿ ਉਲਟਾ ਮਮਤਾ ਬਨਰਜੀ ਲਾਗੂ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਵੀ ਇੱਥੇ ਦਾ ਮੋਦੀ ਸਾਹਿਬ ਤਾਂ ਦੇ ਰਹੇ, ਇਹ ਨਹੀਂ ਸਾਨੂੰ ਦੇਣ ਦਿੰਦਾ। ਸੋ ਇਸ ਕਰਕੇ ਮੇਰਾ ਕਹਿਣਾ ਹੈ ਕਿ ਬੰਗਾਲ 'ਚ ਜਾਣਾ ਜਾਂ ਨਾ ਜਾਣਾ, ਇਹਦੇ 'ਤੇ ਕਿਸਾਨਾਂ ਦੀ ਨੁਕਤਾਚੀਨੀ ਦਾ ਕੋਈ ਮਤਲਬ ਨਹੀਂ ਬਣਦਾ। ਇਹ ਪੋਲੀਟੀਕਲ ਸਟੇਟਮੈਂਟਸ ਹੈ। ਜਾਂ ਤਾਂ ਸਿੱਧੇ ਆਉਣ ਵੀ ਅਸੀਂ ਰਾਜਨੀਤੀ ਜਾਣਾ, ਆ ਕੇ ਇਲੈਕਸ਼ਨ ਲੜ ਲੈਣ, ਪਤਾ ਲੱਗੇ ਵੀ ਕਿਵੇਂ ਸਰਕਾਰ ਚੱਲਦੀ ਹੈ। ਲੇਕਿਨ ਜੇ ਗੱਲਬਾਤ ਕਰਨੀ ਹੈ, ਗੱਲਬਾਤ ਕਰਨ ਵਾਸਤੇ ਤਾਂ ਕਦੇ ਬੀਜੇਪੀ ਨਾ ਨਹੀਂ ਕੀਤੀ। ਬਾਕੀ ਰਿਹਾ ਪੰਜਾਬ ਦਾ ਮਸਲਾ, ਪੰਜਾਬ ਦੇ ਵਿੱਚ ਅਸੀਂ ਲੜਾਂਗੇ ਇਲੈਕਸ਼ਨ, 117 ਸੀਟਾਂ 'ਤੇ ਲੜਾਂਗੇ। ਸਾਡੇ ਵਰਕਰ ਤਿਆਰ ਹੈ, ਔਰ ਇਹ ਐਜੀਟੇਸ਼ਨ ਖਤਮ ਹੋਵੇ ਜਾਂ ਨਾ ਖਤਮ ਹੋਵੇ ਤਾਂ ਵੀ ਲੜਾਂਗੇ। ਜਿਹੜਾ ਇਹਦਾ ਕਹਿੰਦਾ ਵੀ ਤੁਹਾਨੂੰ ਪਿੰਡਾਂ 'ਚ ਨਹੀਂ ਵੜਨਾ, ਜਾਵਾਂਗੇ ਪਿੰਡਾਂ 'ਚ। ਮੈਂ ਵੀ ਕਿਸਾਨ ਹੈ, ਖੇਤੀ ਕਰਨ, ਮੈਨੂੰ ਪਤਾ ਖੇਤੀ ਦੀਆਂ ਕਿਆ ਦਿੱਕਤ ਹੈ। ਜਿਹੜਾ ਕਿਸਾਨ ਹੈ ਉਹਨੂੰ ਕਿਸਾਨ ਦਾ ਦਰਦ ਪਤਾ ਹੈ, ਪਰ ਉਹ ਕਿਸਾਨ ਦਰਦ ਨੂੰ ਸਮਝਾਉਣ ਦੀ ਬਜਾਏ ਉਹਦਾ ਕਹਿੰਦਾ ਮੈਂ ਸੋਟਾ ਮਾਰਨਾ। ਸੋਟੇ ਨਾਲ ਮਸਲੇ ਨਹੀਂ ਹੱਲ ਹੁੰਦੇ। ਔਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਉਹ ਜਦੋਂ ਮਰਜ਼ੀ ਗੱਲਬਾਤ ਵਾਸਤੇ ਤਿਆਰ ਹੋਣ, ਆਪਣੇ ਐਕਸਪਰਟ ਜਿਹੜੇ ਉਹਨਾਂ ਦੇ 2 ਜਾਂ 3 ਦਿਨ ਦੇਣ ਤਾਂ ਕਿ ਬੈਠ ਕਰਕੇ ਫੈਸਲਾ ਕਰਕੇ। ਪਹਿਲਾਂ ਸੁਰਜੀਤ ਕੁਮਾਰ ਜਾਨੀ ਜੀ ਨੇ ਸ਼ੁਰੂਆਤ ਕਰਵਾਤੀ ਸੀ, ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਹੁਣ ਵੀ 45 ਜਿਹੜੀਆਂ ਜਥੇਬੰਦੀਆਂ ਨੇ, 45-40 ਮੈਂਬਰ ਪਹਿਲਾਂ ਮੀਟਿੰਗਾਂ ਕਰਦੇ ਸੀ। ਤੁਸੀਂ ਇਹਦੀ ਸ਼ੁਰੂਆਤ ਦੁਬਾਰੇ ਕਰੋਗੇ ਕਿ ਇੱਕ ਮੀਟਿੰਗ ਹੋ ਜਾਵੇ, ਉਦੋਂ ਬਾਅਦ ਜਿਹੜੀ ਕਮੇਟੀ ਬਣਨੀ ਆ ਉਹ ਬਾਅਦ ਦੀ ਗੱਲ? ਨਹੀਂ, ਮੀਟਿੰਗ ਦੇ ਵਾਸਤੇ ਤਾਂ ਨਾ ਹੀ ਨਹੀਂ ਕੀਤੀ ਪ੍ਰਧਾਨ ਮੰਤਰੀ ਜੀ ਨੇ, ਨਾ ਸਰਕਾਰ ਨੇ ਨਾ ਕੀਤੀ ਹੈ। ਪਰ ਮੀਟਿੰਗ ਵਾਸਤੇ ਦੱਸਣ ਤਾਂ ਸਹੀ ਵੀ ਕਿਹਨੇ ਬੈਠਣਾ ਮੀਟਿੰਗ 'ਚ। ਇਹਨਾਂ ਦੇ ਪਹਿਲਾਂ 11 ਮੀਟਿੰਗਾਂ ਹੋ ਗਈਆਂ, ਉਵੇਂ ਇੱਕ ਮੀਟਿੰਗ ਹੋਰ ਹੋ ਜੇ, ਉਹਦੇ ਵਿੱਚ ਸਹਿਮਤੀ ਬਣ ਜੇ। ਮੈਂ ਕਹਿ ਰਿਹਾ 12 ਵਜੇ ਪਹਿਲੇ ਦੱਸਣ ਤਾਂ ਸਹੀ ਵੀ ਕੌਣ ਬੈਠੂਗਾ ਮੀਟਿੰਗ 'ਚ। ਇਹ ਆਪਣੇ ਵੱਲੋਂ ਹਾਂ ਤਾਂ ਕਰਨ ਵੀ ਅਸੀਂ ਤਿਆਰ ਹਾਂ ਬੈਠਣ ਨੂੰ। ਨਹੀਂ, ਇਹ ਕਹਿੰਦੇ ਲਿਖਤੀ ਸੱਦਾ ਹੋਵੇ ਨਾ ਅਸੀਂ ਚੱਲ ਜਾਾਂਗੇ। ਕਿਸਾਨ ਜਿਵੇਂ ਪਹਿਲਾਂ ਵੀ ਕਹਿੰਦੇ ਸੀ, ਪਹਿਲੇ ਵੀ ਤਾਂ ਬੈਠੇ ਨਹੀਂ ਲਿਖਤੀ ਸੱਦਾ ਹੁੰਦਾ ਸੀ, ਲੈਟਰ ਹੁੰਦਾ ਸੀ, ਫਿਰ ਇਹ ਮੀਟਿੰਗ ਕਰਨ ਵਾਸਤੇ ਜਾਂਦੇ ਸੀਗੇ। ਤੁਹਾਨੂੰ ਪਤਾ ਹੋਣਾ ਕਈ ਮੀਟਿੰਗਾਂ ਦੇ ਵਿੱਚ ਰਿਜ਼ਲਟ ਵੀ ਨਹੀਂ ਆਇਆ। ਆਪਣਾ ਦੱਸਤਾ ਵੀ ਅਸੀਂ ਕਰਨ ਤਿਆਰ ਹਾਂ, ਆ ਜਾਓ ਤੁਸੀਂ। ਇਹ ਕਹਿਣ ਤਾਂ ਸੀ ਵੀ ਹਾਂਜੀ ਅਸੀਂ ਵਿਚਾਰ ਕਰਨ ਵਾਸਤੇ ਤਿਆਰ ਹਾਂ। ਸੱਦਾ ਤਾਂ ਬਾਅਦ ਦੇ ਵਿੱਚ ਆਉਂਦਾ, ਪਹਿਲੇ ਉਹ ਆਪਣੀ ਵਿਲਿੰਗਨੈਸ ਤਾਂ ਸ਼ੋ ਕਰਨ। ਜੇ ਸਰਕਾਰ ਕਹੇ ਵੀ ਤੁਸੀਂ ਆ ਜਾਓ, ਇਹ ਕਹਿੰਦੇ ਅਸੀਂ ਨਹੀਂ ਜਾਣਾ, ਫਿਰ ਕਹਿ ਰਹੇਗੀ ਸਰਕਾਰ ਦੀ। ਇਹਦਾ ਸਾਰੇ ਗੱਲ ਦਾ ਰਾਜਨੀਤੀ 'ਤੇ ਅਸਰ ਪਏਗਾ ਕਿਸਾਨੀ ਅੰਦੋਲਨ ਦਾ ਕਿ ਨਹੀਂ? ਚਾਹੇ ਪੰਜਾਬ ਦੀ ਹੋਵੇ, ਚਾਹੇ ਹਰਿਆਣੇ ਦੀ, ਚਾਹੇ ਯੂਪੀ ਦੀ, ਜਾਂ ਪੂਰੇ ਦੇਸ਼ ਦੀ ਆਪਾਂ ਗੱਲ ਕਰ ਲਈ। ਦੇਸ਼ ਦਾ ਤਾਂ ਹੁਣ ਤੁਹਾਡੇ ਸਾਹਮਣੇ ਬੜੀਆਂ ਸਟੇਟ ਦੇ ਚੁਣਾਵ ਹੋ ਰਹੇ ਆ, ਉੱਥੇ ਤਾਂ ਕੋਈ ਅਸਰ ਹੈ ਨਹੀਂ। ਯੂਪੀ 'ਚ ਕੋਈ ਅਸਰ ਨਹੀਂ, ਉੱਥੇ ਤਾਂ ਕਿਸਾਨ ਖੁਸ਼ ਆ ਵੀ ਸਾਨੂੰ ਪੈਸੇ ਮਿਲਣ ਲੱਗ ਗਏ। ਮੱਧ ਪ੍ਰਦੇਸ਼ ਕੋਈ ਅਸਰ ਨਹੀਂ ਹੈ, ਰਾਜਸਥਾਨ 'ਚ ਕੋਈ ਅਸਰ ਨਹੀਂ ਹੈ। ਆ ਪੰਜਾਬ ਹਰਿਆਣੇ 'ਚ ਰੌਲਾ ਹੈ। ਇਹ ਵੀ ਜਦ ਖਾਲੀ ਹੱਥ ਰਹਿ ਗਏ ਆਪੇ ਸਮਝ ਆ ਜਾਏਗੀ ਵੀ ਇਹ ਤਾਂ ਐਵੇਂ ਅੜੇ ਪਏ ਆ, ਆਪਣੀ ਚੌਧਰ ਵਾਸਤੇ ਅੜੇ ਪਏ ਆ। ਕਿਸਾਨ ਸਾਡੇ ਨਾਲ ਚੱਲਣਗੇ, ਅਸੀਂ ਕਿਸਾਨ, ਸਾਡੀ ਸਰਕਾਰ ਕਿਸਾਨ ਦੇ ਹੱਕਾਂ ਦੀ ਸਰਕਾਰ ਹੈ। ਅਸੀਂ ਕਿਸਾਨਾਂ ਦੇ ਵਿਰੁੱਧ ਨਹੀਂ ਹੈ। ਇਹ ਸਾਨੂੰ ਟਾਰਗੇਟ ਕਰਨਾ ਚਾਹੁੰਦੇ ਕਿ ਬੀਜੇਪੀ ਐਂਟੀ ਫਾਰਮਰ, ਵੀ ਆਰ ਨਾਟ ਐਂਟੀ ਫਾਰਮਰ। ਅਸੀਂ ਕਿਸਾਨਾਂ ਦੇ
ਹੱਕ ਦੀ ਪਾਰਟੀ ਹੈ। ਸਭ ਤੋਂ ਵੱਧ ਕਿਸਾਨੀ ਨੂੰ ਚੁੱਕਿਆ, ਸਭ ਤੋਂ ਵੱਧ ਕਿਸਾਨੀ ਨੂੰ ਬੈਨੀਫਿਟ ਦਿੱਤੇ। ਕਦੀ ਤਾਂ ਨਜ਼ਰ ਆਏਗੀ ਨਾ, ਜੇ ਕਿਸਾਨਾਂ ਦੀ ਉਹ ਮੰਗ ਮੰਨ ਲਈ ਜਾਵੇ ਕਿ ਤਿੰਨੇ ਕਾਨੂੰਨ ਰੱਦ ਨੇ ਜੀ, ਚਲੋ ਤੁਹਾਡੇ ਪੱਖ 'ਚ ਅਸੀਂ ਕੁਝ ਹੋਰ ਗੱਲਾਂ ਲਿਆਉਂਦੇ ਹਾਂ, ਫਿਰ ਤਾਂ ਕਿਸਾਨ ਮੰਨ ਜਾਣਗੇ ਸਹਿਜੇ, ਫਿਰ ਤਾਂ ਤੁਹਾਨੂੰ ਮਤਲਬ ਕਿ ਫੁੱਲਾਂ ਦੀ ਵਰਖਾ ਕਰ ਦੇਣਗੇ ਤੁਹਾਡੇ ਤੇ। ਕੱਲ ਨੂੰ ਕਹਿਣਗੇ ਜੀ ਪ੍ਰਧਾਨ ਮੰਤਰੀ ਬਦਲ ਦਿਓ, ਅਸੀਂ ਫੁੱਲਾਂ ਦੀ ਵਰਖਾ ਕਰ ਦਾਂਗੇ। ਇਹ ਮੰਨੀ ਜਾ ਸਕਦੀ ਗੱਲ? ਚਲੋ ਕਾਨੂੰਨ ਤਾਂ ਤੁਸੀਂ ਨਹੀਂ, ਜਦੋਂ ਅਮੈਂਡਮੈਂਟ ਲਈ ਮੰਨ ਗਏ, ਮੈਂ ਉਹ ਰੱਦ ਕਰਨ ਲਈ ਵੀ ਮੰਨ ਜਾਂਦੇ। ਮੈਂ ਨਹੀਂ ਮੰਨਦਾ ਕਿ ਕਾਨੂੰਨ ਰੱਦ ਹੋਣ, ਮੈਂ ਨਹੀਂ ਮੰਨਦਾ ਕਿ ਕਾਨੂੰਨਾਂ 'ਚ ਨੁਕਸ ਹੈ। ਮੈਂ ਕਹਿੰਦਾ ਅਗਰ ਨੁਕਸ ਆ ਕੇ ਦੱਸਣ। ਅਸੀਂ ਤਾਂ ਨਹੀਂ ਕਿਹਾ ਵੀ ਜਿਹੜੇ ਕਾਨੂੰਨ ਬਣ ਗਏ ਵੀ ਹੁਣ ਅਸੀਂ ਇਹ 'ਤੇ ਵਿਚਾਰ ਨਹੀਂ ਕਰ ਸਕਦੇ। ਅਸੀਂ ਤਾਂ ਕਹਿੰਦੇ ਵਿਚਾਰ ਕਰਨ ਨੂੰ ਤਿਆਰ ਹਾਂ। ਸਾਨੂੰ ਦੱਸੋ ਵੀ ਇਹਦੇ ਵਿੱਚ ਕਿਆ ਨੁਕਸ ਹੈ, ਉਹ ਨੁਕਸ ਦੂਰ ਕਰ ਦਿੰਦੇ। ਤੁਹਾਡੇ ਮੁਤਾਬਕ ਹੁਣ ਸ਼ੁਰੂਆਤ ਕਿਸਾਨ ਕਰ ਲੈਣ ਵੀ ਹਾਂਜੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਫਿਰ ਗੱਲ ਦਾ ਸੱਦਾ ਆ ਜਾਏਗਾ। ਮੈਂ ਕਹਿ ਰਿਹਾ ਵੀ ਉਹ ਕਿਸਾਨ ਕਹਿਣ ਵੀ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਮੈਂ ਚੱਲੂੰਗਾ ਕਿਸਾਨਾਂ ਨਾਲ, ਮੀਟਿੰਗ ਵੀ ਫਿਕਸ ਕਰਾ ਦੂੰਗਾ। ਪਰ ਉਹ ਇਹ ਤਾਂ ਕਹਿਣ ਵੀ ਅਸੀਂ ਤਿਆਰ ਹਾਂ ਗੱਲ ਕਰਨ ਨੂੰ। ਉਹ ਤਾਂ ਕਹਿੰਦੇ ਪਹਿਲੇ ਕਾਨੂੰਨ ਵਾਪਸ ਲਓ ਫਿਰ ਗੱਲ ਕਰਾਂਗੇ। ਕੰਡੀਸ਼ਨਲ ਥੋੜ੍ਹੇ ਗੱਲਾਂ। ਇਹ ਲੱਗਦਾ ਕਿ ਅਜੇ ਹਾਲ ਦੀ ਘੜੀ ਕਿਸਾਨੀ ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਹੱਲ ਹੈਗਾ, ਅਲਟੀਮੇਟਲੀ ਕਿਸਾਨ ਮੰਨਣਗੇ ਇਸ ਗੱਲ 'ਤੇ। ਉਹਨਾਂ ਨੂੰ ਵੀ ਸਮਝ ਆ ਜਾਏਗੀ ਵੀ ਆਫਟਰ ਜ਼ਿੱਦ ਨਾਲ ਕੋਈ ਫੈਸਲੇ ਨਹੀਂ ਹੁੰਦਾ। ਉਹ ਤਾਂ ਕਹਿੰਦੇ ਚੱਕ ਦੋ ਤਰ ਦੋ, ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਇੱਦਾਂ ਥੋੜ੍ਹੇ ਹੁੰਦਾ। ਦੇਖੋ ਕਿਸਾਨ ਦੀ ਫਸਲ ਆ ਗਈ, ਅਗਰ ਇਹ ਲਿਫਟ ਨਹੀਂ ਹੁੰਦੀ, ਅਗਰ ਪ੍ਰੋਕਿਓਰ ਨਹੀਂ ਹੁੰਦੀ, ਅਗਰ ਕੋਈ ਏਜੰਸੀ ਨਹੀਂ ਖਰੀਦੀ, ਕਿੱਥੇ ਰੱਖਾਂਗੇ ਫਸਲ? ਕਿਸਾਨ ਤਾਂ ਮਰ ਗਿਆ। ਪੰਜਾਬ ਦੇ ਵਿੱਚ ਕਿਸੇ ਕਿਸਾਨ ਦੀ ਕਪੈਸਿਟੀ ਇਹ ਨਹੀਂ ਹੈ ਕੋਈ ਆਪਣੀ ਫਸਲ ਨੂੰ ਰੱਖ ਸਕੇ, ਔਰ ਕਿਸੇ ਕਿਸਾਨ ਦੀ ਕਪੈਸਿਟੀ ਨਹੀਂ ਹੈ ਕਿ ਆਪਣੇ ਫਸਲ ਨੂੰ ਸਟਾਕ ਕਰਕੇ ਪਿੰਡ 'ਚ ਰੱਖ ਸਕੇ। ਇਸ ਕਰਕੇ ਕਿਸਾਨ ਦੀ ਫਸਲ ਪ੍ਰੋਕਿਓਰ ਹੋਣਾ ਬਹੁਤ ਜ਼ਰੂਰੀ ਹੈ, ਔਰ ਉਹ ਪ੍ਰੋਕਿਓਰ ਕਰਨ ਵਾਸਤੇ ਸਾਡੀ ਸਰਕਾਰ ਤਿਆਰ ਹੈ। ਠੀਕ ਹੈ। ਔਰ ਅਸੀਂ ਕਿਸਾਨ ਨੂੰ ਠੀਕ ਮੁੱਲ ਮਿਲੇ। ਔਰ ਅਸੀਂ ਤਾਂ ਕਿਸਾਨ ਨੂੰ ਇਹ ਵੀ ਕਹਿੰਦੇ ਵੀ ਤੁਸੀਂ ਹਾਰਟੀਕਲਚਰ ਵੱਲ ਤੁਰੋ, ਸਬਜ਼ੀਆਂ ਲਗਾਓ, ਫੁੱਲ ਲਗਾਓ, ਹੋਰ ਲਗਾਓ, ਅਸੀਂ ਉਹਦੇ 'ਚ ਹੀ ਮਦਦ ਕਰਨ ਨੂੰ ਤਿਆਰ ਹਾਂ। ਅਸੀਂ ਤਾਂ ਕਿਸਾਨ ਦੀ ਆਮਦਨੀ ਵਧਾਉਣ ਦਾ ਸਾਡਾ ਨਾਰਾ ਤਾਂ ਕਿਸਾਨ ਦੀ ਡਬਲ ਇਨਕਮ ਕਰਨ ਦਾ। ਅਤੇ ਜੇ ਡਬਲ ਇਨਕਮ ਕਰਨ ਦਾ ਨਾਰਾ ਹੈ ਫਿਰ ਇਹ ਲੜਾਈ ਥੋੜ੍ਹੀ ਚੱਲੂਗੀ। ਠੀਕ ਹੈ। ਸੋ ਇਹ ਸਨ ਬੀਜੇਪੀ ਦੇ ਸੀਨੀਅਰ ਆਗੂ ਮਿੱਤਲ ਸਾਹਿਬ, ਫਿਰ ਕੁਝ ਕਹਿਣਾ ਚਾਹੁੰਦੇ? ਤੁਹਾਡੇ ਚੈਨਲ ਦੇ ਜ਼ਰੀਏ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਹ ਜਿਹੜੇ ਕਾਨੂੰਨ ਵਾਪਸ ਪਹਿਲੇ ਲਓ, ਫਿਰ ਗੱਲ ਕਰਨੇ, ਜ਼ਿੱਦ ਛੱਡ ਕੇ ਤੁਸੀਂ ਆਓ। ਇਹ 'ਤੇ ਵਧੀਆ ਸਰਕਾਰ ਤੁਹਾਨੂੰ ਮਿਲਣੀ ਨਹੀਂ। ਕਾਂਗਰਸ ਦੇ ਰਾਜ ਵੀ ਤੁਸੀਂ ਦੇਖੇ, ਬਾਕੀ ਸਭ ਦੇ ਦੇਖੇ ਆ, ਡੰਡਾ ਹੀ ਚੱਲਦਾ ਰਿਹਾ। ਅਸੀਂ ਡੰਡਾ ਨਹੀਂ ਚਲਾਉਂਦੇ, ਅਸੀਂ ਪਿਆਰ ਨਾਲ ਤੁਹਾਨੂੰ ਰੱਖਣਾ ਚਾਹੁੰਦੇ ਹਾਂ, ਤੁਹਾਡੀ ਆਮਦਨੀ ਵਧਾਉਣਾ ਚਾਹੁੰਦੇ ਹਾਂ। ਕਿਉਂਕਿ ਬਹੁਮਤ ਜਿਹੜੇ ਜਨਸੰਖਿਆ ਇੱਥੇ ਦੀ ਉਹ ਕਿਸਾਨੀ 'ਤੇ ਨਿਰਭਰ ਹੈ। ਅਸੀਂ ਕਿਸਾਨ ਅਗਰ ਖੁਸ਼ ਹੁੰਦਾ ਤਾਂ ਸਾਰਾ ਦੇਸ਼ ਖੁਸ਼ ਹੁੰਦਾ। ਇਸ ਕਰਕੇ ਅਸੀਂ ਤੁਹਾਡੀ ਸਾਰੀ ਗੱਲਾਂ ਬਾਤਾਂ ਸੁਣ ਕੇ ਜੋ ਤੁਹਾਡੇ ਹਿੱਤ ਦੀ ਗੱਲ ਹੈ ਉਹ ਕਰਨ ਵਾਸਤੇ ਤਿਆਰ ਹੈ। ਮੇਰਾ ਪ੍ਰਧਾਨ ਮੰਤਰੀ ਤਾਂ ਬਾਰ-ਬਾਰ ਕਹਿੰਦਾ ਤੁਸੀਂ ਆਓ, ਅਸੀਂ ਤੁਹਾਡੀਆਂ ਗੱਲਾਂ ਸੁਣਨ ਨੂੰ ਤਿਆਰ ਹਾਂ। ਪਰ ਇਹ ਹੁਣ ਜੇ ਨਾਅਰੇ ਲਾਣੇ ਆ, ਸੜਕ 'ਤੇ ਆ ਕੇ ਘੇਰਨਾ, ਸੜਕਾਂ ਬਲੌਕ ਕਰਨੀਆਂ, ਜਾਂ ਪੈਟਰੋਲ ਪੰਪ ਰੋਕਣੇ ਆ, ਜਾਂ ਜਿਹੜਾ ਹੁਣ ਬੰਦ ਕਰੇ ਹੋਏ ਆ ਜਿਹੜੇ ਸੜਕਾਂ 'ਤੇ ਟੋਲ ਪਲਾਜ਼ੇ, ਉਹਦਾ ਕੀ ਫਾਇਦਾ? ਔਰ ਗੱਲ ਲੰਮੀ ਹੋ ਗਈ, ਬਾਕੀ ਫਿਰ ਕਦੇ ਕਰਾਂਗੇ ਗੱਲਬਾਤ, ਫਿਲਹਾਲ ਇੰਨਾ। ਸੋ ਇਹ ਸਨ ਸੀਨੀਅਰ ਆਗੂ ਬੀਜੇਪੀ ਦੇ ਮਦਨ ਮੋਹਨ ਮਿੱਤਲ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਫਿਰ ਗੱਲਬਾਤ ਕਰਨ ਨੂੰ ਤਿਆਰ ਆ, ਪਰ ਇੱਕ ਵਾਰੀ ਕਿਸਾਨ ਸਾਧੀ ਭਰਨ ਕਿ ਅਸੀਂ ਟੇਬਲ 'ਤੇ ਬੈਠਣ ਨੂੰ ਤਿਆਰ ਹਾਂ। ਸੋ ਇਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਪੱਖ ਸੁਣ ਕੇ ਵੀ ਫੈਸਲਾ ਕਰੇਗੀ, ਪਰ ਜੋ ਸਿਆਸੀ ਪਾਰਟੀਆਂ ਨੇ, ਬੀਜੇਪੀ ਦੀ ਵਿਰੋਧੀ ਸਿਆਸੀ ਪਾਰਟੀਆਂ, ਉਹ ਕਿਸਾਨਾਂ ਨੂੰ ਜਾਣਬੁੱਝ ਕੇ ਭੜਕਾ ਰਹੀਆਂ ਨੇ। ਕਿਸਾਨਾਂ ਨੂੰ ਉਹਨਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਚਾਹੀਦਾ। ਜਿੱਥੋਂ ਤੱਕ ਪੰਜਾਬ ਦੀ ਸਿਆਸਤ ਦਾ ਸਵਾਲ ਆ, ਇਹਨਾਂ ਨੇ ਕਿਹਾ ਕਿ ਜੇ ਸੰਘਰਸ਼ ਚੱਲਦਾ ਵੀ ਰਿਹਾ ਤਾਂ ਵੀ ਬੀਜੇਪੀ ਇੱਥੇ ਸਿਆਸੀ ਲੜਾਈ ਲੜੇਗੀ, ਕਿਉਂਕਿ ਇੱਥੇ ਡੈਮੋਕ੍ਰੇਸੀ ਹੈ, ਚੋਣਾਂ ਲੜਨ ਤੋਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਅਸਰ ਪੰਜਾਬ 'ਤੇ ਜਾਂ ਫਿਰ ਦੇਸ਼ ਦੀ ਰਾਜਨੀਤੀ ਉੱਤੇ ਕਿੰਨਾ ਕੁ ਲੰਮਾ ਸਮਾਂ ਚੱਲੇਗਾ, ਜਾਂ ਫਿਰ ਕਿਸਾਨ ਅੰਦੋਲਨ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਆ ਕਿ ਕਦੋਂ ਤੱਕ ਚੱਲਦਾ ਰਹੇਗਾ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।